ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮਹਿ ਤਾਰੈ। ਜੁਗ ਹੋ ਜੁਗ ਅਟਲ, ਚਬਰ ਛਤਰ ਤਖਤ ਕੇ ਮਾਲਕ, ਸਾਹਿਬੇ ਕਮਾਲ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰਦੇਵ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨਾਂ ਉੱਪਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵਡਭਾਗੀ ਹੋ ਜਿੱਥੇ ਗੁਰਦੇਵ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਅੱਜ ਦੇ ਪਾਵਨ ਪਵਿੱਤਰ ਬਖਸ਼ਿਸ਼ ਕੀਤੇ ਹੋਏ ਹੁਕਮਨਾਮਿਆਂ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਆਓ ਸੁਰਤੀਆਂ ਬਿਰਤੀਆਂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਜੋੜ ਕੇ ਸੁਨ ਉਪਦੇਸ਼ ਹਿਰਦੈ ਵਸਾਵਹੁ, ਮਨ ਇਛੇ ਨਾਨਕ ਫਲ ਪਾਵਹੁ। ਗੁਰਦੇਵ ਦਾ ਪਾਵਨ ਪਵਿੱਤਰ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਰਬੱਤ ਸੰਗਤਾਂ ਪ੍ਰੇਮ ਅਦਬ ਸਹਿਤ ਜਪੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ, ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਜ ਦੇ ਪਾਵਨ ਪਵਿੱਤਰ ਮਹਾਵਾਕ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ, ਜਿਹ ਸਤਿਗੁਰ ਸਿਮਰੰਤ ਨਾਮ ਹਿਰਦੈ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਤ ਰਿੱਧ ਸਿਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਵਡਹੰਸ ਦੇ ਅੰਦਰ ਦਰਜ ਹੈ। ਦੂਸਰੇ ਸੁਰ ਤਾਲ ਦੇ ਅੰਦਰ ਸ਼ਬਦ ਨੂੰ ਕੀਰਤਨ ਦੇ ਰੂਪ ਅੰਦਰ ਗਾਇਨ ਕਰਨ ਦਾ ਸਾਹਿਬ ਨੇ ਹੁਕਮ ਬਖਸ਼ਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਵਾਹਿਦ ਹਸਤੀ ਅਦਵੈਤ ਪਰਮੇਸ਼ਰ ਓੰਕਾਰ ਜੋ ਸਭਨਾ ਦੇ ਪ੍ਰਕਾਸ਼ਕ ਨੇ, ਸਤ ਚੇਤਨ ਆਨੰਦ ਰੂਪ। ਐਸੇ ਅਕਾਲ ਪੁਰਖ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਨਾਲ, ਦਇਆ ਰਹਿਮਤ ਨਾਲ ਹੁੰਦੀ ਹੈ। ਮਨੁੱਖ ਦੀ ਘਾਲੀ ਹੋਈ ਘਾਲਣਾ, ਕੀਤੀ ਹੋਈ ਸਾਧਨਾ ਉਦੋਂ ਸਫਲੀ ਹੁੰਦੀ ਹੈ ਜਦੋਂ ਮਹਾਰਾਜ ਉਸ ਸਾਧਨਾ ਵਿੱਚ ਮਿਹਰ ਦਾ ਕਿਣਕਾ ਪਾ ਦਿੰਦੇ ਨੇ। ਸਾਧਨਾ ਭਾਵੇਂ ਜਿਤਨੀ ਮਰਜ਼ੀ ਲੰਬੇਰੀ ਹੋਵੇ,
ਭਾਵੇਂ ਛੋਟੀ ਹੋਵੇ, ਥੋੜੀ ਹੋਵੇ, ਜ਼ਿਆਦੀ ਹੋਵੇ, ਜਦੋਂ ਮਾਲਕ ਦੀ ਨਜ਼ਰ ਪੈ ਜਾਂਦੀ ਹੈ ਤੇ ਸਾਧਨਾ ਸਫਲੀ ਹੋ ਜਾਂਦੀ ਹੈ। ਜੈਸੇ ਇੱਕ ਅਗਨ ਦੀ ਛੋਟੀ ਜੀ ਚੰਗਿਆੜੀ ਲੱਖਾਂ ਮਣ ਲੱਕੜਾਂ ਵਿੱਚ ਪ੍ਰਕਾਸ਼ ਕਰਨ ਦੇ ਸਮਰੱਥ ਹੁੰਦੀ ਹੈ, ਛੋਟੀ ਜੀ ਅਗਨ ਦੀ ਚੰਗਿਆੜੀ ਦੀਪਕ ਬਾਲਣ ਦੇ ਯੋਗ ਹੁੰਦੀ ਹੈ। ਹਨੇਰਾ ਜਿਤਨਾ ਮਰਜੀ ਗਹਿਰਾ ਹੋਵੇ, ਇੱਕ ਛੋਟੀ ਜੀ ਚੰਗਿਆੜੀ ਨਾਲ ਦੀਵਾ ਬਾਲ ਕੇ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਤੈਸੇ ਮਨੁੱਖ ਦੀ ਸਾਧਨਾ ਭਾਵੇਂ ਲੰਬੇਰੀ ਹੋਵੇ, ਜ਼ਿਆਦੀ ਹੋਵੇ, ਥੋੜੀ ਹੋਵੇ, ਜਦੋਂ ਉਸ ਸਾਧਨਾ ਵਿੱਚ ਮਿਹਰ ਦਾ ਕਿਣਕਾ ਪੈ ਜਾਂਦਾ ਹੈ, ਉਹ ਸਾਧਨਾ ਇੱਕ ਪਲ ਵਿੱਚ ਸਫਲੀ ਹੋ ਜਾਂਦੀ ਹੈ। ਸੰਤੋਖ ਸਰ ਸਰੋਵਰ ਦੀ ਸੇਵਾ ਮੇਰੇ ਮਾਲਕ ਜੀ ਨੇ ਕਰਾਈ। ਸੰਤੋਖੇ ਨਾਮੀ ਵਿੱਚੋਂ ਯੋਗੀ ਪ੍ਰਗਟ ਹੋਇਆ। ਕਈ ਯੋਗ ਹੋ ਗਏ ਸਨ ਬੈਠੇ ਆ। ਜਿਹੜੀ ਸਾਧਨਾ ਉਹਨੇ ਸਾਧੀ ਸੀ, ਉਸ ਸਾਧਨਾ ਦੀ ਸਫਲਤਾ ਲਈ ਬੈਠਾ ਸੀ ਕਿ ਕਦੋਂ ਕਲਯੁਗ ਦਾ ਸਮਾਂ ਆਵੇ, ਪੰਚਮ ਗੁਰਦੇਵ ਰਹਿਮਤਾਂ ਕਰਨ ਤੇ ਮੇਰੀ ਸਾਧਨਾ ਸਫਲੀ ਹੋਵੇ। ਤੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਹੋਈ, ਕਈ ਯੁਗਾਂ ਦਾ ਬੈਠਾ ਹੋਇਆ ਉਹ ਯੋਗੀ, ਉਸ ਦੀ ਕੀਤੀ ਸਾਧਨਾ ਮੇਰੇ ਮਾਲਕ ਨੇ ਇੱਕ ਪਲ ਵਿੱਚ ਸਫਲੀ ਕਰ ਦਿੱਤੀ। ਜਦੋਂ ਦੀ ਦਇਆ ਦਾ, ਮਿਹਰ ਦਾ ਕਿਣਕਾ ਸਾਡੀ ਸਾਧਨਾ ਵਿੱਚ ਪੈ ਜਾਂਦਾ, ਸਾਧਨਾ ਨੂੰ ਰੰਗ ਲੱਗ ਜਾਂਦੇ ਨੇ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਜਿੱਥੇ ਵੀ ਕੋਈ ਨਵਾਂ ਖਿਆਲ ਸਾਨੂੰ ਦਿੱਤਾ ਤੇ ਉੱਥੇ ਮੰਗਲ ਦਰਜ ਕੀਤਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਸ ਨਿਰੰਕਾਰ ਦੀ, ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ। ਤੋ ਪਰਮੇਸ਼ਰ ਤੋਂ ਪਹਿਲਾਂ ਗੁਰੂ ਦੀ ਆਰਾਧਨਾ, ਗੁਰੂ ਦੁਆਰਾ ਹੋਏ ਸੋਝੀ ਪਾਈ ਸੀ। ਪਰਮੇਸ਼ਰ ਦੀ ਸੋਝੀ ਮਿਲਦੀ ਹੀ ਗੁਰੂ ਦੇ ਦਰ ਤੋਂ ਹੈ। ਉਹਦੀ ਸੋਝੀ ਲੈਣ ਵਾਸਤੇ ਸਿੱਖ ਨੂੰ ਗੁਰੂ ਦੇ ਦਰ ਤੇ ਆਉਣਾ ਪੈਂਦਾ ਹੈ ਕਿ ਜਦੋਂ ਪੂਰੇ ਗੁਰੂ ਦਾ ਪ੍ਰਸਾਦ ਹੋਵੇਗਾ, ਪੂਰੇ ਗੁਰੂ ਦੀ ਰਹਿਮਤ ਹੋਵੇਗੀ, ਫਿਰ ਮਾਲਕ ਦੀ ਸੋਝੀ ਪਏਗੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਜੋ ਸਾਧਨ ਹੈ, ਸਾਨੂੰ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਹੁਣ ਬਖਸ਼ਿਸ਼ ਕਰਦੇ ਹਨ। ਮੈਂ ਮਨ ਵੱਡੀ ਆਸ ਹਰੇ, ਕਿਉ ਕਰ ਹਰ ਦਰਸ਼ਨ ਪਾਵਾ। ਮਨੁੱਖ ਦੇ ਤਨ ਦੇ ਅੰਦਰ ਪ੍ਰਾਣ ਚੱਲਦੇ ਨੇ, ਮਨ ਵਿੱਚ ਸੰਕਲਪ ਚੱਲਦੇ ਨੇ, ਬੁੱਧੀ ਵਿੱਚ ਆਸ ਹੁੰਦੀ ਹੈ। ਜੈਸੇ ਤਨ ਦੇ ਵਿੱਚ ਪ੍ਰਾਣ ਚੱਲ ਰਹੇ ਨੇ ਤੇ ਉਥੇ ਸਾਡੇ ਮਨ ਤੇ ਬੁੱਧੀ ਦੇ ਅੰਦਰ ਆਸ ਚੱਲ ਰਹੀ ਹੈ। ਪ੍ਰਾਣ ਤੇ ਆਸ ਤਾਣੇ ਪੇਟੇ ਵਾਂਗੂ ਇੱਕ ਦੂਜੇ ਨਾਲ ਲਿਪਟੇ ਹੋਏ ਨੇ। ਇਹ ਜਿਹੜਾ ਸਾਨੂੰ ਜੀਵਨ ਮਿਲਿਆ ਹੈ, ਆਸ ਨੇ ਹੀ ਇਸ ਜੀਵਨ ਨੂੰ ਜਨਮ ਦਿੱਤਾ ਹੈ। ਸਰੀਰ ਵਿੱਚੋਂ ਪ੍ਰਾਣ ਤਾਂ ਨਿਕਲ ਜਾਣਗੇ, ਸਰੀਰ ਤਾਂ ਮਿਟ ਜਾਏਗਾ, ਪਰ ਅੰਦਰ ਦੀ ਆਸ ਸਾਨੂੰ ਫਿਰ ਇੱਕ ਨਵਾਂ ਜਨਮ ਦੇਵੇਗੀ। ਕਿਉਂਕਿ ਆਸ ਬੰਧਨ ਹੈ ਨਾ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਆਸ ਜਿਹੜੀ ਹੈ ਉਹ ਬੰਧਨ ਰੂਪ ਹੈ, ਮਨੁੱਖ ਨੂੰ ਨਵਾਂ ਤੋਂ ਨਵਾਂ ਜਨਮ ਦਿੰਦੀ ਹੈ। ਸਰੀਰ ਵਿੱਚੋਂ ਪ੍ਰਾਣ ਨਿਕਲਦੇ ਨੇ, ਕਹਿੰਦੇ ਆ ਜੀ ਪੂਰਾ ਹੋ ਗਿਆ, ਅਧੂਰਾ ਜੰਮਿਆ ਸੀ, ਤੇ ਜਦੋਂ ਪੂਰੇ ਦੀ ਤਾਂਘ ਹਿਰਦੇ ਵਿੱਚ ਨਹੀਂ ਤੇ ਫਿਰ ਅਧੂਰਾ ਹੀ ਮਰ ਜਾਏਗਾ। ਕਿਉਂਕਿ ਅੰਦਰ ਦੀ ਜਿਹੜੀ ਆਸ ਹੈ ਅਜੇ ਉਹ ਪੂਰਨ ਨਹੀਂ ਹੋਈ। ਜਦੋਂ ਅੰਦਰ ਦੀ ਆਸ ਪੂਰੀ ਨਾ ਹੋਵੇ ਤੇ ਫਿਰ ਪੂਰਾ ਕਿਵੇਂ ਹੋ ਗਿਆ? ਪੂਰਾ ਤਾਂ ਉਦੋਂ ਹੋਵੇਗਾ ਜਦੋਂ ਅੰਦਰ ਦੀ ਆਸ ਪੂਰੀ ਹੋਵੇਗੀ। ਪਰ ਅੰਦਰ ਦੀ ਆਸ ਜਿਹੜੀ ਹੈ ਉਹ ਮਨੁੱਖ ਦੀ ਕਦੇ ਪੂਰੀ ਨਹੀਂ ਹੁੰਦੀ। ਰਾਜੇ ਜੋਗੀ ਭਰਥਰੀ ਜੀ ਇੱਕ ਬੜਾ ਸੁੰਦਰ ਬਚਨ ਲਿਖਦੇ ਵਿਰਾਗ ਸ਼ਤਕ ਅੰਦਰ।
ਕਹਿੰਦੇ ਆਸਾ ਦੀ ਨਦੀ ਹੈ, ਇਹਦੇ ਵਿੱਚ ਸੰਕਲਪ ਦਾ ਵੇਗ ਹੈ। ਆਸਾ ਦੀ ਨਦੀ ਵਿੱਚ ਸੰਕਲਪ ਦਾ ਵੇਗ ਹੈ, ਜਿਹਦੇ ਅੰਦਰ ਤ੍ਰਿਸ਼ਨਾ ਦਾ ਬੜਾ ਗਹਿਰਾ ਪਾਣੀ ਹੈ। ਇਸ ਨਦੀ ਦੇ ਕੰਢੇ ਦੇ ਉੱਪਰ ਇੱਕ ਦਰਖਤ ਹੈ ਜਿਹਨੂੰ ਧੀਰਜ ਕਹਿੰਦੇ ਨੇ। ਕਹਿੰਦੇ ਜਦੋਂ ਸੰਕਲਪ ਦਾ ਬੜਾ ਤੇਜ਼ ਵੇਗ ਚੱਲਦਾ ਹੈ ਨਾ, ਤੇ ਧੀਰਜ ਦਾ ਦਰਖਤ ਜਿਹੜਾ ਰੁੜ ਜਾਂਦਾ ਹੈ। ਜਦੋਂ ਪਾਣੀ ਤੇਜ਼ੀ ਨਾਲ ਚੱਲੇ ਤੇ ਦਰਖਤ ਕੰਢਿਆਂ ਤੇ ਰੁੜ ਜਾਂਦੇ ਨੇ। ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ, ਕੰਧੀ ਉੱਤੇ ਰੁੱਖੜਾ ਕਿਚਰਕ ਬੰਨ੍ਹੈ ਤੀਰ। ਦਰਿਆ ਦੇ ਕੰਢੇ ਉੱਪਰ ਦਰਖਤ ਹੋਵੇ ਤੇ ਕਿੰਨੀ ਕੁ ਦੇਰ ਉਹ ਧੀਰਜ ਰੱਖ ਸਕਦਾ? ਇੱਕ ਨਾ ਇੱਕ ਦਿਨ ਪਾਣੀ ਦਾ ਵਹਾਅ ਉਹਨੂੰ ਜੜੋਂ ਪੁੱਟ ਕੇ ਲੈ ਜਾਂਦਾ। ਭਰਤਰੀ ਜੀ ਕਹਿੰਦੇ ਜਿਹੜਾ ਧੀਰਜ ਦਾ ਦਰਖਤ ਹੈ ਨਾ, ਇਸ ਆਸ ਰੂਪੀ ਨਦੀ ਦੇ ਕੰਢੇ ਉੱਪਰ, ਉਹਨੂੰ ਸੰਕਲਪ ਤੇ ਵਿਕਲਪ ਦੇ ਵੇਗ ਨੇ ਵਹਾ ਦਿੱਤਾ ਜਦੋਂ ਤ੍ਰਿਸ਼ਨਾ ਦਾ ਪਾਣੀ ਚੜ ਕੇ ਆਇਆ। ਕਹਿੰਦੇ ਮੈਂ ਯਤਨ ਕੀਤਾ ਕਿ ਆਪਣੀ ਬੁੱਧੀ ਰੂਪੀ ਨੌਕਾ ਜਿਹੜੀ ਬੇੜੀ ਹੈ, ਇਹਦੇ ਵਿੱਚ ਬਹਿ ਕੇ ਮੈਨੂੰ ਤਰ ਜਾਵਾਂ, ਪਰ ਕਹਿੰਦੇ ਕੀ ਕਰਾਂ, ਮੇਰੀ ਬੁੱਧੀ ਵਿੱਚੇ ਗਰਕ ਹੋ ਰਹੀ ਹੈ। ਕਾਮ ਰੂਪੀ ਪੰਛੀ ਬੈਠੇ ਹੋਏ ਨੇ, ਜਿਵੇਂ ਦਰਿਆ ਦੇ ਕੰਢੇ ਤੇ ਅਕਸਰ ਪੰਛੀ ਬੈਠੇ ਹੀ ਹੁੰਦੇ ਨੇ, ਕਿਤੇ ਕ੍ਰੋਧ ਦਾ ਪੰਛੀ, ਕਿਤੇ ਹੰਕਾਰ ਦਾ ਪੰਛੀ। ਫਿਰ ਕਹਿੰਦੇ ਜਦੋਂ ਮੈਂ ਚਾਰ ਚੁਫੇਰੇ ਝਾਤੀ ਮਾਰਦਾ ਆ, ਇਛਾਵਾਂ ਦੇ ਵੱਡੇ ਵੱਡੇ ਪਹਾੜ ਖੜੇ ਹੋਏ ਨੇ। ਹੇ ਵਾਹਿਗੁਰੂ ਦੱਸੋ ਮੈਂ ਇਸ ਨਦੀ ਨੂੰ ਕਿਵੇਂ ਪਾਰ ਕਰਾਂ, ਕਿਉਂਕਿ ਨਿਕਲਣ ਦਾ ਕੋਈ ਤਰੀਕਾ ਹੀ ਨਹੀਂ ਬਚਿਆ। ਇਹ ਆਸ ਦੀ ਜਿਹੜੀ ਨਦੀ ਹੈ, ਇਹਨੇ ਮੇਰੀ ਬੁੱਧੀ ਵਿੱਚ ਡੋਬ ਦਿੱਤੀ ਹੈ, ਮੈਂ ਇਹਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਜਦੋਂ ਅਸੀਂ ਆਪਣੇ ਜੀਵਨ ਦੇ ਅੰਦਰ ਝਾਤ ਮਾਰਦੇ ਹਾਂ, ਸਾਡੀ ਦਸ਼ਾ ਵਾਕਿਆ ਹੀ ਐਸੀ ਹੈ। ਬੰਦਾ ਇੱਕ ਆਸ ਨੂੰ ਪੂਰਨ ਕਰਨ ਵਾਸਤੇ ਯਤਨ ਕਰਦਾ ਹੈ, ਚਾਹੇ ਉਹ ਦੁਨਿਆਵੀ ਕਰਮ ਕਰੇ, ਚਾਹੇ ਉਹ ਧਾਰਮਿਕ ਕਰਮ ਕਰੇ। ਚਲੋ ਮਾਨੋ ਵੀ ਕਿਤੇ ਇੱਕ ਅੱਧੀ ਆਸ ਸਾਡੀ ਪੂਰੀ ਹੁੰਦੀ ਹੈ, ਉਹਦੇ ਨਾਲ ਸਾਡੀਆਂ ਹੋਰ ਇੱਛਾਵਾਂ, ਆਸਾਵਾਂ ਪੈਦਾ ਹੋ ਜਾਂਦੀਆਂ ਨੇ। ਇੱਕ ਆਸ ਪੂਰੀ ਹੋਣ ਦੇ ਨਾਲ ਦੂਜੀ ਆਸ ਪਹਿਲਾਂ ਮੂਹਰੇ ਖੜੀ ਹੁੰਦੀ ਹੈ। ਜਦੋਂ ਇੱਕ ਆਸ ਪੂਰੀ ਹੋਵੇ ਤੇ ਬੰਦਾ ਚਾਹੁੰਦਾ ਹੁਣ ਅਗਲੀ ਵੀ ਆਸ ਪੂਰੀ ਹੋ ਜਾਏ, ਤੇ ਸਾਰੀ ਜ਼ਿੰਦਗੀ ਆਸ ਦੇ ਵੇਗ ਦੇ ਵਿੱਚ ਰੁੜਿਆ ਹੀ ਰਹਿੰਦਾ ਹੈ। ਕਹਿੰਦੇ ਸਰੀਰ ਵਿੱਚੋਂ ਕੱਲੇ ਪ੍ਰਾਣ ਨਹੀਂ ਨਿਕਲਦੇ, ਆਸ ਵੀ ਨਾਲ ਹੀ ਨਿਕਲਦੀ ਆ। ਇੱਕ ਵਿਦਵਾਨ ਅਦੀਬ ਨੇ ਬੜੇ ਸੁੰਦਰ ਬਚਨ ਲਿਖੇ ਨੇ, ਹਜ਼ਾरों ख्वाहिशें लेकर दम साथ निकलता है। ਸਾਡੀਆਂ ਹਜ਼ਾਰਾਂ ਜਿਹੜੀਆਂ ਖਵਾਇਸ਼ਾਂ ਨੇ, ਜਦੋਂ ਸਾਡੇ ਦਮ ਨਿਕਲਦੇ ਨੇ, ਉਹ ਖਵਾਇਸ਼ਾਂ ਸਾਡੇ ਨਾਲ ਦਮ ਦੇ ਨਾਲ ਹੀ ਨਿਕਲ ਜਾਂਦੀਆਂ ਨੇ, ਕਿਉਂਕਿ ਉਹਨੇ ਇੱਕ ਨਵਾਂ ਜੀਵਨ ਸਾਨੂੰ ਦੇਣਾ ਹੈ। ਉਸ ਆਸ ਨੂੰ ਪੂਰਨ ਕਰਨ ਵਾਸਤੇ ਮਨੁੱਖ ਇੱਕ ਨਵਾਂ ਜੀਵਨ ਧਾਰਨ ਕਰਦਾ ਹੈ। ਭਗਤ ਤਰਲੋਚਨ ਜੀ ਦਾ ਆਪਾਂ ਜਿਹੜਾ ਬਚਨ ਪੜ੍ਹਦੇ ਆ ਨਾ, ਜਿਸ ਬਚਨ ਦੇ ਅੰਦਰ ਕਹਿੰਦੇ ਵੀ ਜਿਹੜਾ ਮਨੁੱਖ ਅੰਤਕਾਲ ਜੈਸੀ ਵਾਸ਼ਨਾ ਰੱਖ ਕੇ ਸਰੀਰ ਤੋਂ ਚਲਾ ਜਾਂਦਾ ਹੈ, ਉਹਨੂੰ ਵੈਸਾ ਹੀ ਅਗਾਂਹ ਜਾ ਕਰਕੇ ਜੀਵਨ ਮਿਲਦਾ। ਮਾਇਆ ਨੂੰ ਚੇਤੇ ਕਰਨ ਵਾਲਾ ਜਿਹੜਾ ਸੱਪ ਦੀ ਜੂਨ ਵਿੱਚ ਪੈਂਦਾ, ਅੰਤਕਾਲ ਆਪਣੇ ਗ੍ਰਹਿ ਨੂੰ ਚੇਤੇ ਕਰਨ ਵਾਲਾ ਪ੍ਰੇਤ ਦੀ ਜੂਨ ਵਿੱਚ ਪੈ ਜਾਂਦਾ। ਜਿਸ ਮਨੁੱਖ ਨੂੰ ਅੰਤਕਾਲ ਇਸਤਰੀ ਚੇਤੇ ਆਵੇ, ਵੇਸ਼ਿਆ ਜੂਨ ਵਿੱਚ ਪੈ ਜਾਂਦਾ। ਤੇ ਜਿਹੜਾ ਮਨੁੱਖ ਲੜਕੇ ਚੇਤੇ ਕਰੇ, ਉਹ ਸੂਰ ਦੀ ਜੂਨ ਵਿੱਚ ਪੈਂਦਾ। ਤੇ ਭਗਤ ਜੀ ਕਹਿੰਦੇ ਜੇ ਕਿਤੇ ਮਨ ਦੇ ਅੰਦਰ ਤੇਰੇ ਨਿਰੰਕਾਰ ਦੀ ਆਸ ਪੈਦਾ ਹੋ ਜਾਵੇ, ਤੇ ਉਹਦੀ ਆਸ ਦੇ ਵਿੱਚ ਕਿਤੇ ਤੇਰੇ ਪ੍ਰਾਣ ਨਿਕਲ ਜਾਣ। ਅੰਤਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਜੇ ਮਰਹਿ, ਬਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੇ ਵਸੈ। ਕਿਤੇ ਅੰਤਕਾਲ ਨਾਰਾਇਣ ਨੂੰ ਚੇਤੇ ਕਰਦਿਆਂ ਕਰਦਿਆਂ ਤੇਰੇ ਪ੍ਰਾਣ ਨਿਕਲ ਜਾਣ, ਤੂੰ ਨਾਰਾਇਣ ਦਾ ਹੀ ਸਰੂਪ ਹੋ ਜਾਵੇਂਗਾ। ਬਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਅੰਦਰ ਦੀ ਆਸ ਉਦੋਂ ਪੂਰੀ ਹੁੰਦੀ ਹੈ ਜਦੋਂ ਆਸਾਂ ਨੂੰ ਪੂਰਨ ਕਰਨ ਵਾਲਾ ਵਾਹਿਗੁਰੂ ਹਿਰਦੇ ਵਿੱਚ ਵਸ ਜਾਏ।
ਆਸ ਪੂਰੀ ਹੋਣ ਤੋਂ ਭਾਵ ਇੱਕੋ ਹੀ ਹੈ ਕਿ ਅੰਦਰ ਦੀ ਆਸ ਮੁੱਕ ਜਾਂਦੀ ਹੈ, ਅੰਦਰ ਦੀ ਇੱਛਾ ਹੀ ਮੁੱਕ ਜਾਂਦੀ ਹੈ। ਨਾ ਕੁਝ ਪ੍ਰਾਪਤ ਕਰਨ ਦੀ ਇੱਛਾ ਹੈ, ਨਾ ਕੁਝ ਲੈਣ ਦੀ ਇੱਛਾ ਹੈ। ਇੱਥੋਂ ਤਾਈਂ ਕਿ ਭਗਤੀ ਕਰਨ ਵਾਲੇ ਭਗਤੀ ਕਰਕੇ ਵੀ ਮੰਗ ਨਹੀਂ ਰੱਖਦੇ ਕੋਈ ਕਿ ਸਾਨੂੰ ਬਦਲੇ ਵਿੱਚ ਕੁਝ ਪ੍ਰਾਪਤ ਹੋ ਜਾਵੇ, ਕੋਈ ਫਲ ਮਿਲ ਜਾਵੇ। ਸੇਵਾ ਕਰਤ ਹੋਏ ਨਿਹਕਾਮੀ, ਜਿਹੜਾ ਸੇਵਾ ਕਰਦਿਆਂ ਨਿਸ਼ਕਾਮ ਹੋਵੇ, ਭਗਤੀ ਕਰਦਿਆਂ ਨਿਸ਼ਕਾਮ ਹੋ ਜਾਵੇ, ਤੇ ਉਹਦਾ ਫਲ ਕੀ ਹੈ? ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਸ ਭਗਤੀ ਦਾ, ਸੇਵਾ ਦਾ, ਬੰਦਗੀ ਦਾ ਫਲ ਇਹ ਹੈ ਕਿ ਉਹਨਾਂ ਨੂੰ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਤੇ ਬਦਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਤਖਤ ਦੇਣਾ ਚਾਹੁੰਦੇ ਸਨ। ਜਿੰਨੀ ਦੇਰ ਤੱਕ ਕਾਮਨਾ ਨਹੀਂ ਨਾ ਕੀਤੀ, ਉਤਨੀ ਦੇਰ ਤੱਕ ਇਹ ਸੋਚੋ ਕਿ ਮਹਾਰਾਜ ਸਿੱਖ ਨੂੰ ਕੀ ਵੰਡਣਾ ਚਾਹੁੰਦੇ ਸਨ, ਦਾਤ ਵਿੱਚ ਕੀ ਦੇਣਾ ਚਾਹੁੰਦੇ ਸਨ। ਪਰ ਜਦੋਂ ਸ਼ਲੋਕ ਸ਼ੁਰੂ ਹੋਇਆ ਤੇ ਜਿਹੜੇ 5 ਘੋੜੇ ਭਾਈ ਸੁਭਾਗਾ ਲੈ ਕੇ ਆਇਆ ਸੀ ਨਾ, ਇੱਕ ਘੋੜਾ ਗੁਰਦੇਵ ਨੇ ਕੋਲ ਰੱਖ ਲਿਆ, ਇੱਕ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ, ਇੱਕ ਪਹਿੰਦੇ ਖਾਨ ਨੂੰ ਦਿੱਤਾ, ਇੱਕ ਬਾਬਾ ਬਿਧੀ ਚੰਦ ਜੀ ਨੂੰ ਦਿੱਤਾ, ਇੱਕ ਘੋੜਾ ਤਬੇਲੇ ਖੜਿਆ ਸੀ। ਤੇ ਭਾਈ ਸੁਭਾਗਾ ਸੋਚਣ ਲੱਗਾ ਵੀ ਜੇ ਕਿਤੇ ਮਹਾਰਾਜ ਉਹ ਘੋੜਾ ਮੈਨੂੰ ਦੇ ਦੇਣ। ਤੇ ਅਖੀਰ ਜਦੋਂ ਘੋੜਾ ਮੰਗਿਆ ਤੇ ਘੋੜਾ ਤਾਂ ਮਿਲ ਗਿਆ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਸਿੱਖਾ ਇਹ ਕੀ ਕੀਤਾ? ਤੈਨੂੰ ਤਾਂ ਦਾਤ ਹੀ ਬੜੀ ਮਹਾਨ ਦੇਣ ਲੱਗੇ ਸੀ ਤੇ ਮੰਗ ਕੀ ਲਿਆ? ਘੋੜਾ। ਸੱਚ ਜਾਣਿਓ ਜੀ, ਸਾਡੀ ਹਾਲਤ ਕੁਝ ਐਸੀ ਹੈ। ਜਦੋਂ ਧਾਰਮਿਕ ਕਰਮ ਅਸੀਂ ਕਰਦੇ ਆ, ਧਾਰਮਿਕ ਕਰਮ ਕਰਦਿਆਂ ਸਾਡੀ ਇੱਛਾ ਜਿਹੜੀ ਪਦਾਰਥਾਂ ਤਾਈਂ ਸੀਮਿਤ ਰਹਿ ਜਾਂਦੀ ਹੈ ਕਿ ਸਾਨੂੰ ਇਸ ਕਰਮ ਦੇ ਬਦਲੇ ਆਹ ਫਲ ਪ੍ਰਾਪਤ ਹੋਵੇ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰਮੁਖਾ ਕਿਤੇ ਨਿਸ਼ਕਾਮ ਹੋ ਜਾਵੇ ਨਾ, ਫਲ ਦੀ ਵੀ ਇੱਛਾ ਛੱਡ ਦੇਵੇ। ਜਿਵੇਂ ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਕਹਿੰਦੇ ਸਨ ਕਿ ਜਿਹੜਾ ਸਿੱਖ ਨਿਤਨੇਮ ਕਰਦਾ ਤੇ ਨਿਤਨੇਮ ਕਰਕੇ ਫਲ ਦੀ ਇੱਛਾ ਨਹੀਂ ਰੱਖਦਾ, ਕਹਿੰਦੇ ਫਲ ਦੇਣਾ ਮਾਲਕ ਦੀ ਮੌਜ ਹੈ, ਨਿਤਨੇਮ ਕਰਨਾ ਤੇਰਾ ਫਰਜ਼ ਹੈ, ਫਲ ਦੇਣਾ ਉਹਦੀ ਮੌਜ ਹੈ। ਤੇ ਮੌਜ ਵਿੱਚ ਆ ਕੇ ਪਤਾ ਨਹੀਂ ਉਹ ਤੈਨੂੰ ਕੀ ਦੇ ਦੇਵੇ, ਤੇਰੀ ਝੋਲੀ ਵਿੱਚ ਉਹ ਕੀ ਪਾ ਦੇਵੇ। ਜਦੋਂ ਅਸੀਂ ਕੋਈ ਆਸ ਰੱਖਦੇ ਹਾਂ, ਸਾਡੀ ਆਸ ਇੱਕ ਸੀਮਤ ਹੋ ਸਕਦੀ ਹੈ, ਪਰ ਉਸ ਮਾਲਕ ਦਾ ਦਾਇਰਾ ਬੜਾ ਅਸੀਮਤ ਹੈ। ਤੇ ਜਦੋਂ ਫਲ ਦੀ ਇੱਛਾ ਨਹੀਂ ਰੱਖੇਗਾ ਤੇ ਹੋ ਸਕਦਾ ਕਿ ਤੈਨੂੰ ਉਹ ਕੁਝ ਦੇ ਦੇਵੇ ਜੋ ਤੂੰ ਕਦੇ ਸੋਚਿਆ ਵੀ ਨਾ ਹੋਵੇ। ਇਸ ਕਰਕੇ ਆਸ ਜਿਹੜੀ ਮਨੁੱਖ ਦੇ ਅੰਦਰ ਜ਼ਰੂਰ ਹੁੰਦੀ ਹੈ। ਇੱਕ ਵਿਦਵਾਨ ਸੱਜਣ ਨੇ ਬੜਾ ਪਿਆਰਾ ਬਚਨ ਲਿਖਿਆ, ਕਹਿੰਦੇ ਆਸ ਤਾਂ ਨਾਮ ਜਪਣ ਵਾਲਿਆਂ ਦੇ ਅੰਦਰ ਵੀ ਹੁੰਦੀ ਹੈ। ਜਿਸ ਆਸ ਦਾ ਜ਼ਿਕਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਰ ਰਹੇ ਨੇ, ਮੇਰੇ ਮਨ ਦੇ ਅੰਦਰ ਇਹ ਵੱਡੀ ਆਸ ਹੈ। ਹੇ ਵਾਹਿਗੁਰੂ, ਕਿਵੇਂ ਮੈਂ ਆਪ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਕਰਾਂ। ਨਾਮ ਜਪਣ ਵਾਲਾ, ਭਗਤੀ ਕਰਨ ਵਾਲਾ ਜਦੋਂ ਭਗਤੀ ਕਰਦਾ, ਚੰਗੀਆਂ ਆਸਾਂ ਪੂਰਨ ਹੋ ਜਾਂਦੀਆਂ ਨੇ, ਮਾੜੀਆਂ ਸੜ ਜਾਂਦੀਆਂ ਨੇ। ਚੰਗੀ ਆਸ ਪੂਰਨ ਹੋ ਜਾਂਦੀ ਹੈ, ਉਹਨੂੰ ਬੂਰ ਪੈ ਜਾਂਦਾ ਹੈ। ਜਿਹੜੀਆਂ ਅੰਦਰ ਮਾੜੀਆਂ ਇੱਛਾਵਾਂ ਤੇ ਆਸਾਂ ਹੁੰਦੀਆਂ ਨੇ, ਉਹ ਸੜ ਕੇ ਖਾਕ ਹੋ ਜਾਂਦੀਆਂ ਨੇ। ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਵਾਹਿਗੁਰੂ ਆਸ ਤਾਂ ਮੇਰੇ ਮਨ ਵਿੱਚ ਵੀ ਹੈ, ਪਰ ਆਸ ਵੀ ਬੜੀ ਵੱਡੀ ਹੈ। ਮੈਂ ਮਨ ਵੱਡੀ ਆਸ ਹਰੇ, ਵੱਡੀ ਆਸ ਹੈ ਮੇਰੇ ਹਿਰਦੇ ਵਿੱਚ। ਉਹ ਆਸ ਕੀ ਹੈ? ਕਿਉ ਕਰ ਹਰ ਦਰਸ਼ਨ ਪਾਵਾ। ਕਿਵੇਂ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਦੀ ਮੈਂ ਪ੍ਰਾਪਤੀ ਕਰਾਂ, ਕਿਵੇਂ ਉਹਦੇ ਦਰਸ਼ਨਾਂ ਦੀ ਮੈਨੂੰ ਪ੍ਰਾਪਤੀ ਹੋਵੇ। ਹੋ ਜਾਏ ਪੁੱਛਾ ਆਪਣੇ ਸਤਿਗੁਰ, ਗੁਰ ਪੁੱਛ ਮਨ ਮੁਗਧ ਸਮਝਾਵਾ। ਮੈਨੂੰ ਤਾਂ ਨਹੀਂ ਪਤਾ ਕਿ ਉਹਦੇ ਦਰਸ਼ਨ ਕੈਸੇ ਪ੍ਰਾਪਤ ਕਰੀਦੇ ਨੇ, ਪਰ ਇੰਨੀ ਕੁ ਸੋਝੀ ਪੈ ਗਈ ਕਿ ਇਹ ਮਾਰਗ ਕੇਵਲ ਮੇਰਾ ਗੁਰੂ ਮੈਨੂੰ ਦੱਸ ਸਕਦਾ ਹੈ। ਇਸ ਵਾਸਤੇ ਮੈਂ ਜਾ ਕੇ ਆਪਣੇ ਸਤਿਗੁਰਾਂ ਨੂੰ ਪੁੱਛਦਾ, ਹੈ ਸਤਿਗੁਰੂ
ਗੁਰਮਤਿ ਦਾ ਉਪਦੇਸ਼ ਮੈਨੂੰ ਬਖਸ਼ਿਓ, ਤਾਂ ਕਿ ਉਸ ਗੁਰਮਤਿ ਦੇ ਉਪਦੇਸ਼ ਦੇ ਦੁਆਰਾ ਮੈਨੂੰ ਪ੍ਰਭੂ ਦੇ ਦੀਦਾਰ ਪ੍ਰਾਪਤ ਹੋ ਜਾਣ। ਗੁਰ ਪੁੱਛ ਮਨ ਮੁਗਧ ਸਮਝਾਵਾ। ਇਹ ਜੋ ਮੇਰਾ ਮਨ ਮੂਰਖ ਹੈ, ਇਸ ਮੂਰਖ ਮਨ ਨੂੰ ਮੈਂ ਸਮਝਾਵਾਂ ਗੁਰੂ ਦੇ ਕੋਲੋਂ ਪੁੱਛ ਕੇ ਕਿ ਕਿਹੜਾ ਮਾਰਗ ਹੈ ਜਿਸ ਮਾਰਗ ਦੇ ਨਾਲ ਉਸ ਪ੍ਰਭੂ ਦੇ ਘਰ ਦੇ ਵਿੱਚ ਉਹਦੇ ਦਰ ਤੇ ਜਾਈਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਰੋਜ਼ ਪੜ੍ਹਦੇ ਹਨ। ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਉਸ ਅਕਥ ਦੀ ਜਿਹੜੀ ਕਹਾਣੀ ਹੈ, ਗੁਰੂ ਸਾਹਿਬ ਦੇ ਦਰ ਦੇ ਉੱਪਰ ਆ ਕੇ ਸਿੱਖ ਕਥਨ ਕਰਦਾ ਕਿ ਕਿਵੇਂ ਉਹਦੀ ਪ੍ਰਾਪਤੀ ਹੋਵੇ, ਤੇ ਸਤਿਗੁਰੂ ਦਇਆ ਕਰਕੇ ਫਿਰ ਸਿੱਖ ਨੂੰ ਗੁਰਮਤਿ ਦਾ ਉਪਦੇਸ਼ ਬਖਸ਼ਿਸ਼ ਕਰਕੇ ਇਹਨੂੰ ਮਾਰਗ ਦਿੰਦੇ ਹਨ, ਜਿਸ ਮਾਰਗ ਤੇ ਚੱਲ ਕੇ ਇਹਨੂੰ ਹਰੀ ਦੇ ਦੀਦਾਰ ਦਰਸ਼ਨ ਪ੍ਰਾਪਤ ਹੁੰਦੇ ਹਨ। ਭੂਲਾ ਮਨ ਸਮਝੈ ਗੁਰ ਸ਼ਬਦੇ, ਹਰ ਹਰ ਸਦਾ ਧਿਆਏ। ਇਹ ਸਾਡਾ ਭੁੱਲਿਆ ਹੋਇਆ ਮਨ ਗੁਰੂ ਦੇ ਉਪਦੇਸ਼ ਦੁਆਰਾ ਸਮਝਦਾ ਹੈ। ਜਿੰਨੀ ਦੇਰ ਤੱਕ ਇਹਨੂੰ ਗੁਰੂ ਦੇ ਉਪਦੇਸ਼ ਦੀ ਸੇਧ ਪ੍ਰਾਪਤ ਨਾ ਹੋਵੇ, ਭਟਕਣਾ ਵਿੱਚ ਪਿਆ ਰਹਿੰਦਾ। ਭਾਵੇਂ ਮੈਂ ਇਹ ਸੋਚਦਾ ਹੋਵਾਂ ਕਿ ਮੈਂ ਰੋਜ਼ ਧਰਮ ਸਥਾਨਾਂ ਤੇ ਜਾ ਰਿਹਾ, ਨਮਸਕਾਰ ਵੀ ਕਰ ਰਿਹਾ, ਮੈਂ ਧਾਰਮਿਕ ਕਰਮ ਵੀ ਕਰ ਰਿਹਾ, ਪਰ ਕਦੇ ਆਪਣੇ ਮਨ ਦੇ ਅੰਦਰ ਜਾ ਕੇ ਮਨ ਨੂੰ ਵਾਚੀਏ, ਮਨ ਨੂੰ ਵਿਚਾਰੀਏ, ਨਿਰਣਾ ਕਰੀਏ ਕਿ ਮਨ ਵੀ ਸਮਝਿਆ। ਸਰੀਰ ਭਾਵੇਂ ਸਹੀ ਰਸਤੇ ਜਾ ਰਿਹਾ, ਇਹਦੇ ਵਿੱਚ ਕੋਈ ਅਤ ਕਥਨੀ ਨਹੀਂ। ਮੈਂ ਧਰਮ ਸਥਾਨਾਂ ਤੇ ਰੋਜ਼ ਜਾਂਦਾ ਇਸ ਸਰੀਰ ਦੇ ਨਾਲ, ਪਰ ਮਨ ਵੇਖੋ ਕਿ ਮਨ ਵੀ ਜਾ ਰਿਹਾ ਹੈ। ਸਰੀਰ ਨੂੰ ਤਾਂ ਸਮਝ ਆ ਗਈ ਕਿ ਤੇਰਾ ਟਿਕਾਣਾ ਗੁਰੂ ਦਾ ਦਰ ਹੈ, ਮੈਂ ਇੱਥੇ ਪਹੁੰਚਣਾ, ਮੈਂ ਸਜਦਾ ਕਰਨਾ, ਮੈਂ ਬੈਠਣਾ ਗੁਰੂ ਸਾਹਿਬ ਕੋਲ, ਕੀਰਤਨ ਸੁਣਨਾ, ਕਥਾ ਸੁਣਨੀ ਹੈ। ਇੰਨੀ ਕੁ ਸਮਝ ਪੈ ਗਈ, ਸਰੀਰ ਗੁਰੂ ਦੇ ਕੋਲ ਆ ਕੇ ਬਹਿੰਦਾ। ਕਿ ਮਨ ਨੂੰ ਵੀ ਇਹ ਸਮਝ ਆਈ ਹੈ ਕਿ ਮਨਾ ਹਰ ਬਿਨ ਕੌਣ ਸਹਾਈ ਮਨ ਕਾ। ਇਹ ਸੋਝੀ ਮਨ ਨੂੰ ਵੀ ਪਈ ਹੈ। ਆਪਾਂ ਸਰੀਰ ਤਾਂ ਲੈ ਆਏ, ਪਰ ਮਨ ਨੂੰ ਅਜੇ ਤਾਈਂ ਸਮਝਾਉਣ ਦਾ ਯਤਨ ਨਹੀਂ ਕੀਤਾ। ਸਾਡਾ ਭੁੱਲਾ ਮਨ ਅਜੇ ਤਾਈਂ ਨਹੀਂ ਸਮਝਿਆ। ਤੇ ਕਿਤੇ ਇਹ ਭੁੱਲਿਆ ਹੋਇਆ ਮਨ ਸਮਝ ਜਾਵੇ ਤੇ ਉਸੇ ਦਿਨ ਹੀ ਇਹਦੇ ਸਾਰੇ ਬੰਧਨ ਟੁੱਟ ਜਾਣਗੇ। ਜਿਨ੍ਹਾਂ ਨੂੰ ਲੋਕ ਠੱਗ ਕਹਿੰਦੇ ਸਨ, ਭਾਈ ਸੱਜਣ ਜੀ, ਗੁਰੂ ਨਾਨਕ ਸਾਹਿਬ ਦੇ ਪਾਵਨ ਪਵਿੱਤਰ ਦੀਦਾਰ ਕੀਤੇ, ਸੰਗਤ ਕੀਤੀ, ਗੁਰੂ ਕਾ ਉਪਦੇਸ਼ ਸੁਣਿਆ, ਮਨ ਭੁੱਲਿਆ ਹੋਇਆ ਸੀ, ਟਿਕਾਣੇ ਆ ਗਿਆ। ਸਰੀਰ ਉੱਪਰ ਤਾਂ ਲਿਬਾਸ ਧਾਰਮਿਕ ਹੀ ਸੀਗਾ, ਮੱਥੇ ਤੇ ਤਿਲਕ ਵੀ ਲਾਇਆ ਹੋਇਆ ਸੀ, ਪਹਿਰਾਵਾ ਵੇਖਣ ਵਿੱਚ ਧਾਰਮਿਕ ਸੀ, ਪਰ ਮਨ ਅਧਾਰਮਿਕ ਸੀ, ਮਨ ਭੁੱਲਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਤੇ ਭੁੱਲਿਆ ਹੋਇਆ ਮਨ ਸਹੀ ਟਿਕਾਣੇ ਤੇ ਆ ਗਿਆ। ਇਹ ਮਨ ਉਦੋਂ ਹੀ ਟਿਕਾਣੇ ਆਉਂਦਾ, ਮਨ ਨੂੰ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਇਹ ਗੁਰੂ ਕੇ ਉਪਦੇਸ਼ ਦੀ ਪ੍ਰਾਪਤੀ ਕਰਦਾ ਹੈ। ਬਿਨਾਂ ਉਪਦੇਸ਼ ਤੋਂ ਮਨ ਨਹੀਂ ਸਮਝਦਾ, ਪਰ ਮਨ ਸਮਝੇਗਾ ਪੂਰੇ ਗੁਰੂ ਦੇ ਉਪਦੇਸ਼ ਦੇ ਨਾਲ, ਅਧੂਰੇ ਦੇ ਨਾਲ ਨਹੀਂ। ਜਿਹੜਾ ਆਪ ਹੀ ਅਧੂਰਾ ਹੈ ਉਹ ਕਿਸੇ ਨੂੰ ਕੀ ਪੂਰਾ ਕਰੇਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਫਿਰ ਅਸ਼ਟਪਦੀ ਵਿੱਚ ਪਹਿਲਾ ਹੀ ਬਚਨ ਹੈ, ਪੂਰੇ ਗੁਰ ਕਾ ਸੁਣ ਉਪਦੇਸ਼। ਉਪਦੇਸ਼ ਵੀ ਸੁਣਨਾ ਤੇ ਪੂਰੇ ਦਾ ਸੁਣੀ, ਪੂਰੇ ਗੁਰੂ ਦਾ। ਅਧੂਰੇ ਦੇ ਲੜਨਾ ਕਿਤੇ ਲੱਗ ਜਾਈ, ਉਹ ਆਪ ਅਧੂਰਾ ਹੈ, ਤੈਨੂੰ ਕਿੱਥੋਂ ਤਾਰ ਦੇਗਾ। ਤੇਰਾ ਜੀਵਨ ਉਹ ਕਿਵੇਂ ਸਹੀ ਮਾਰਗ ਤੇ ਪਾ ਦੇਵੇਗਾ ਜਿਹੜਾ ਆਪ ਭਟਕਿਆ ਹੋਇਆ। ਇਹ ਸਾਡਾ ਮਨ ਭੁੱਲਿਆ ਹੋਇਆ ਗੁਰੂ ਦੇ ਉਪਦੇਸ਼ ਦੁਆਰਾ ਸਮਝਦਾ ਹੈ, ਤੇ ਜਦੋਂ ਮਨ ਨੂੰ ਸਮਝ ਪੈ ਜਾਏ ਹਰ ਹਰ ਸਦਾ ਧਿਆਏ, ਤੇ ਫਿਰ ਇਹ ਮਨ, ਇਹ ਜੀਵ
ਸਦਾ ਹੀ ਹਰੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਧਿਆਉਂਦਾ ਹੈ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੇ ਚਿਤ ਲਾਏ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਜਿਨ੍ਹਾਂ ਦੇ ਉੱਪਰ ਮੇਰਾ ਪਿਆਰਾ ਵਾਹਿਗੁਰੂ ਨਦਰ ਕਰ ਦੇਵੇ, ਰਹਿਮਤ ਕਰ ਦੇਵੇ, ਉਹੀ ਜੀਵ ਹਰੀ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜਦੇ ਹਨ। ਜਿਨ੍ਹਾਂ ਦੀ ਸੁਰਤ ਪਕੜ ਕੇ ਉਹ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ, ਉਹੀ ਅੱਠੇ ਪੈਰ ਉਸ ਮਾਲਕ ਦੇ ਚਰਨੀ ਜੁੜੇ ਰਹਿੰਦੇ ਹਨ। ਆਓ ਸਭ ਵੇਸ ਕਰੇ ਪਿਰ ਕਾਰਣ, ਜੇ ਹਰ ਪ੍ਰਭ ਸਾਚੇ ਭਾਵਾ। ਗੁਰਦੇਵ ਕਹਿੰਦੇ, ਮੈਂ ਅਨੇਕਾਂ ਹੀ ਸਾਧਨਾ ਰੂਪੀ ਵੇਖ ਜਿਹੜੇ ਹਨ ਉਹ ਧਾਰਨ ਕੀਤੇ, ਅਨੇਕਾਂ ਪ੍ਰਕਾਰਾਂ ਦੇ ਭੇਖ ਵੀ ਬਣਾਏ, ਸਾਧਨਾ ਕੀਤੀ, ਧਾਰਮਿਕ ਕਰਮ ਕੀਤੇ। ਇਹ ਸਾਰਾ ਕੁਝ ਕਿਉਂ ਕੀਤਾ? ਪਿਰ ਕਾਰਨ, ਉਸ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਕਾਰਨ ਇਹ ਸਾਧਨਾ ਰੂਪੀ ਜਿਹੜਾ ਭੇਖ ਮੈਂ ਬਣਾਇਆ। ਮਨ ਦੇ ਵਿੱਚ ਇਹ ਖਿਆਲ ਸੀ, ਜੇ ਹਰ ਪ੍ਰਭ ਸਾਚੇ ਭਾਵਾ, ਕਿਤੇ ਇਸ ਵੇਸ ਕਰਕੇ ਉਸ ਹਰੀ ਸੱਚੇ ਵਾਹਿਗੁਰੂ ਨੂੰ ਮੈਂ ਭਾ ਜਾਵਾਂ, ਉਹਨੂੰ ਮੈਂ ਚੰਗਾ ਲੱਗ ਜਾਵਾਂ। ਸੋ ਪਿਰ ਪਿਆਰਾ ਮੈਂ ਨਦਰ ਨ ਦੇਖੈ, ਹਉ ਕਿਉ ਕਰ ਧੀਰਜ ਪਾਵਾ। ਪਰ ਉਹ ਪਿਆਰਾ ਮੇਰਾ ਵਾਹਿਗੁਰੂ ਮੇਰੇ ਵੱਲ ਕਿਰਪਾ ਦੀ ਨਜ਼ਰ ਨਾਲ ਵੇਖਦਾ ਵੀ ਨਹੀਂ। ਸਾਧਨਾ ਰੂਪੀ ਭੇਖ ਜ਼ਰੂਰ ਬਣਾਇਆ ਹੋਇਆ, ਕਰਮ ਰੂਪੀ ਭੇਖ ਜ਼ਰੂਰ ਬਣਾਇਆ ਹੋਇਆ, ਪਰ ਵੇਖਦਾ ਹੀ ਨਹੀਂ। ਕਿਉਂਕਿ ਮੇਰੀ ਸਾਧਨਾ ਵਿੱਚ ਅਭਿਮਾਨ ਹੈ, ਮੇਰੀ ਸਾਧਨਾ ਦੇ ਵਿੱਚ ਮੈਂ ਮੇਰੀ ਹੈ, ਮੇਰੀ ਸਾਧਨਾ ਵਿੱਚੋਂ ਹਉਮੈ ਦੀ ਬਦਬੂ ਆਉਂਦੀ ਹੈ, ਉਹਨੂੰ ਨਹੀਂ ਚੰਗਾ ਲੱਗਦਾ। ਮੇਰਾ ਭੇਖ ਵੀ ਉਹਨੂੰ ਭਾਵਦਾ ਨਹੀਂ ਤੇ ਮੇਰੀ ਸਾਧਨਾ ਵੀ ਉਹਨੂੰ ਭਾਉਂਦੀ ਨਹੀਂ। ਜੇ ਕਿਤੇ ਮੇਰੇ ਅੰਦਰੋਂ ਮੈਂ ਮੇਰੀ ਮਿਟ ਜਾਵੇ, ਫਿਰ ਮੇਰੀ ਸਾਧਨਾ ਨੂੰ ਚੰਗੀ ਲੱਗ ਸਕਦੀ ਹੈ। ਇੰਨਾ ਤਾਂ ਅਨੁਭਵ ਹੋ ਗਿਆ ਹੈ ਕਿ ਉਹ ਵਾਹਿਗੁਰੂ ਮੇਰੇ ਵੱਲ ਵੇਖਦਾ ਤੱਕ ਨਹੀਂ। ਕਿਉਂ ਨਹੀਂ ਵੇਖਦਾ? ਕਿਉਂਕਿ ਇਹਦੇ ਵਿੱਚ ਵੀ ਮੇਰਾ ਦੋਸ਼ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ, ਮੁਝ ਅਵਗਣ ਸਹਿ ਨਾਹੀ ਦੋਸ਼। ਮੇਰੇ ਵਿੱਚ ਅਵਗਣ ਹੈ, ਉਹਦੇ ਵਿੱਚ ਕੋਈ ਦੋਸ਼ ਨਹੀਂ, ਉਹਦੇ ਵਿੱਚ ਕੋਈ ਕਮੀ ਨਹੀਂ। ਮੈਂ ਆਪਣੇ ਔਗੁਣਾਂ ਕਰਕੇ ਹੀ ਉਹਨੂੰ ਭਾਵਦਾ ਨਹੀਂ, ਆਪਣੇ ਔਗੁਣਾਂ ਕਰਕੇ ਉਹਨੂੰ ਚੰਗਾ ਨਹੀਂ ਲੱਗਦਾ। ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਹੁਣ ਜਿੰਨੀ ਦੇਰ ਤੱਕ ਉਹ ਮੇਰਾ ਮਾਲਕ ਮੇਰੇ ਵੱਲ ਨਜ਼ਰ ਕਰਕੇ ਨਹੀਂ ਵੇਖਦਾ, ਹਉ ਕਿਉ ਕਰ ਧੀਰਜ ਪਾਵਾ, ਮੈਂ ਕਿਵੇਂ ਧੀਰਜ ਦੀ ਪ੍ਰਾਪਤੀ ਕਰ ਸਕਦੀ ਹਾਂ। ਜਿਸ ਕਾਰਨ ਹਉ ਸਿਗਾਰ ਸਿਗਾਰੇ, ਸੋ ਪਿਰ ਰਤਾ ਮੇਰਾ ਅਵਰਾ। ਜਿਸ ਪ੍ਰਭੂ ਦੀ ਪ੍ਰਾਪਤੀ ਕਰਕੇ ਮੈਂ ਇਸ ਸਰੀਰ ਉੱਪਰ ਸਾਧਨਾ ਰੂਪੀ ਕਰਮ ਰੂਪੀ ਅਥਵਾ ਇਹ ਲਿਬਾਸ ਰੂਪੀ ਜਿਹੜਾ ਭੇਖ ਬਣਾਇਆ ਨਾ, ਸਿੰਗਾਰ ਮੈਂ ਸਿੰਗਾਰਿਆ ਹੈ, ਉਹ ਮੇਰਾ ਵਾਹਿਗੁਰੂ ਅਕਾਲ ਪੁਰਖ ਹੋਰ ਭਗਤਾਂ ਦੇ ਪ੍ਰੇਮ ਦੇ ਵਿੱਚ ਰਤਿਆ ਹੋਇਆ ਹੈ, ਹੋਰਾਂ ਭਗਤਾਂ ਦੇ ਪ੍ਰੇਮ ਵਿੱਚ। ਗੁਰਦੇਵ ਦਾ ਇੱਕ ਪਾਵਨ ਪਵਿੱਤਰ ਬੜਾ ਸੁੰਦਰ ਬਚਨ ਆਉਂਦਾ ਹੈ ਗੁਰਬਾਣੀ ਅੰਦਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਸ ਜਗਤ ਦੇ ਅੰਦਰ ਅਨੇਕਾਂ ਹੀ ਭਗਤ ਨੇ, ਅਨੇਕਾਂ ਹੀ ਪ੍ਰਭੂ ਦੇ ਪਿਆਰੇ ਨੇ, ਜਿਨ੍ਹਾਂ ਦੇ ਪ੍ਰੇਮ ਦੇ ਰੰਗ ਵਿੱਚੋਂ ਰਤਿਆ ਹੋਇਆ, ਪਰ ਮੇਰੇ ਵੱਲ ਉਹ ਕਦੇ ਨਜ਼ਰ ਕਰਕੇ ਵੇਖਦਾ ਹੀ ਨਹੀਂ। ਮੇਰੇ ਵੱਲ ਕਦੇ ਉਹ ਝਾਤੀ ਨਹੀਂ ਮਾਰਦਾ ਵੀ ਮੈਂ ਵੀ ਹਾਂ। ਜਿੱਥੇ ਉਹਦੇ ਇੰਨੇ ਪਿਆਰੇ ਹਨ, ਉਹਦੇ ਨਾਲ ਪ੍ਰੇਮ ਕਰਨ ਵਾਲੇ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਕੁਝ ਉਹਦੇ ਤੋਂ ਨਿਸ਼ਾਵਰ ਕਰ ਦਿੱਤਾ ਪ੍ਰੇਮ ਦੇ ਵਿੱਚ ਆ ਕੇ, ਉਹਨਾਂ ਦੇ ਪ੍ਰੇਮ ਦੇ ਰੰਗ ਵਿੱਚ ਉਹ ਰਤਿਆ ਹੋਇਆ, ਪਰ ਮੇਰੇ ਵੱਲੋਂ ਕਦੀ ਦ੍ਰਿਸ਼ਟੀ ਕਰਕੇ ਵੇਖਦਾ ਤੱਕ ਨਹੀਂ। ਕਿਉਂਕਿ ਮੇਰਾ ਲਿਬਾਸ, ਮੇਰਾ ਸ਼ਿੰਗਾਰ ਜਿਹੜਾ ਹੈ, ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਭਾਵਦਾ ਨਹੀਂ ਹੈ। ਨਾਨਕ ਧੰਨ 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 ਸੁਹਾਗਣ, ਜਿਨ ਪਿਰ ਰਾਵਿਆੜਾ ਸੱਚ ਸਵਰਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਨ, ਉਹ ਸੁਹਾਗਣਾ ਮਨ ਕਰਕੇ ਧਨ ਨੇ, ਤਨ ਕਰਕੇ ਧਨ ਨੇ, ਬਾਣੀ ਕਰਕੇ ਵੀ ਧਨ ਹਨ।
ਮਨ ਬਚਨ ਕਰਮ ਕਰਕੇ ਉਹ ਧਨ ਨੇ। ਇਹਦਾ ਦੂਜਾ ਭਾਵ ਕਿ ਉਹ ਸੁਹਾਗਣਾ ਵੀ ਧਨ, ਉਹਨਾਂ ਦੀ ਮਾਤਾ ਵੀ ਧਨ, ਜਿਨ੍ਹਾਂ ਨੇ ਉਹਨਾਂ ਨੂੰ ਸੰਸਾਰ ਵਿੱਚ ਜਨਮ ਦਿੱਤਾ, ਤੇ ਉਹਨਾਂ ਦਾ ਪਿਤਾ ਵੀ ਧਨਤਾ ਦੇ ਯੋਗ ਹੈ। ਆਪ ਵੀ ਧਨ, ਮਾਤਾ ਵੀ ਧਨ, ਤੇ ਉਹਨਾਂ ਦਾ ਪਿਤਾ ਵੀ ਧਨ। ਜਿਨ੍ਹਾਂ ਸੁਹਾਗਣਾ ਨੇ ਜਿਨ ਪਿਰ ਰਾਵੇ ਆੜਾ ਸੱਚ ਸਬਰਾ। ਸਬਰਾ ਦੇ ਦੋ ਅਰਥ। ਪਹਿਲਾ ਅਰਥ ਹੈ ਜੀ ਸੱਚ, ਜਿਨ੍ਹਾਂ ਨੇ ਸੱਚ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ, ਉਹਦੀ ਆਰਾਧਨਾ ਕੀਤੀ ਹੈ। ਤੇ ਸਬਰਾ ਦਾ ਦੂਜਾ ਅਰਥ ਹੈ ਜੀ ਸਾਵਲਾ। ਸਬਰਾ ਸਾਵਲੇ ਨੂੰ ਵੀ ਕਹਿੰਦੇ ਨੇ। ਸਿਆਮ ਸੁੰਦਰ ਤਜ ਨੀਂਦ ਕਿਉ ਆਈ। ਮਹਾਰਾਜ ਨੇ ਗੁਰਬਾਣੀ ਵਿੱਚ ਉਹਨੂੰ ਸਾਵਲੇ ਰੰਗ ਦਾ ਵੀ ਆਖਿਆ, ਵੀ ਉਹ ਸਿਆਮ ਸੁੰਦਰ ਰੰਗ ਵਾਲਾ। ਸਾਵਲਾ ਰੰਗ ਉਹਦਾ, ਬੜਾ ਸੁੰਦਰ ਸਰੂਪ ਹੈ ਉਹਦਾ। ਜਿਹਦਾ ਰੰਗ ਸਾਵਲਾ ਹੈ, ਕਹਿੰਦੇ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ, ਜਿਨ੍ਹਾਂ ਭਗਤਾਂ ਨੇ ਉਹਦਾ ਨਾਮ ਜਪਿਆ ਹੈ, ਉਹ ਜਿਹੜੀਆਂ ਸੁਹਾਗਣੀਆਂ ਜੀਵ ਰੂਪ ਇਸਤਰੀਆਂ ਧਨਤਾ ਯੋਗ ਹਨ। ਓ ਜਾਏ ਪੁੱਛਾ ਸੁਹਾਗ ਸੁਹਾਗਣ, ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ। ਸਤਿਗੁਰੂ ਕਹਿੰਦੇ ਜਿਨ੍ਹਾਂ ਪਿਆਰਿਆਂ ਦੇ ਨਾਲ ਉਹ ਪ੍ਰੇਮ ਦੇ ਰੰਗ ਵਿੱਚ ਰਤਿਆ ਹੋਇਆ ਹੈ, ਮੈਂ ਉਹਨਾਂ ਸੁਹਾਗਣੀਆਂ ਨੂੰ ਜਾ ਕੇ ਫਿਰ ਪੁੱਛਦਾ ਹਾਂ। ਕਿਹਨਾਂ ਸੁਹਾਗਣੀਆਂ ਨੂੰ? ਸੁਹਾਗ, ਜਿਨ੍ਹਾਂ ਨੂੰ ਆਨੰਦ ਪ੍ਰਾਪਤ ਹੋਇਆ। ਸੁਹਾਗ ਦਾ ਅੱਖਰੀ ਅਰਥ ਹੈ ਆਨੰਦ। ਜਿਨ੍ਹਾਂ ਨੇ ਆਨੰਦ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਭਗਤਾਂ ਨੂੰ, ਮਹਾਂਪੁਰਸ਼ਾਂ ਨੂੰ ਜਾ ਕੇ ਪੁੱਛਦਾ, ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ। ਤੁਸੀਂ ਕਿਵੇਂ ਮੇਰੇ ਉਸ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ, ਮੇਰੇ ਉੱਪਰ ਵੀ ਨਜ਼ਰ ਕਰੋ। ਮੈਨੂੰ ਵੀ ਉਹ ਮਾਰਗ ਦੱਸੋ, ਮੈਨੂੰ ਵੀ ਉਹ ਰਸਤਾ ਦੱਸੋ, ਜਿਸ ਰਸਤੇ ਤੇ ਚੱਲ ਕੇ ਮੈਂ ਵੀ ਉਸ ਪ੍ਰਭੂ ਦੀ ਪ੍ਰਾਪਤੀ ਕਰ ਸਕਾਂ। ਮੈਂ ਉਪਰ ਨਦਰ ਕਰੇ ਪਿਰ ਸੱਚ, ਮੈਂ ਛੋੜਿਆੜਾ ਮੇਰਾ ਤੇਰਾ। ਜਦੋਂ ਜਗਿਆਸੂ ਜਾ ਕੇ ਬੇਨਤੀ ਕਰਦਾ ਮਹਾਤਮਾ ਕੋਲ, ਫਿਰ ਉਹ ਮਹਾਤਮਾ ਸੰਤ ਜਨ ਉਪਦੇਸ਼ ਦਿੰਦੇ ਹਨ। ਕਹਿੰਦੇ ਜਦੋਂ ਅਸੀਂ ਆਪਣੇ ਅੰਦਰੋਂ ਮੇਰਾ ਤੇਰਾ ਛੱਡ ਦਿੱਤਾ, ਇਹ ਭਾਵਨਾ ਹੁੰਦੀ ਹੈ ਨਾ, ਦੋ ਤਿੰਨ ਤਰ੍ਹਾਂ ਦੀ ਭਾਵਨਾ ਹੁੰਦੀ ਹੈ। ਇੱਕ ਤਾਂ ਬੰਦਾ ਕਹਿੰਦਾ ਬਸ ਮੈਂ ਹੀ ਮੈਂ ਆ, ਇੱਕ ਮੈਂ ਇੱਕ ਮੇਰਾ। ਜੇ ਕਿਸੇ ਨੂੰ ਜ਼ਮੀਨ ਵੀ ਵਿਖਾਣੀ ਹੋਵੇ ਨਾ, ਤੇ ਗੁਆਂਢੀਆਂ ਦੀ ਕਹਿੰਦੇ ਵੀ ਆਪਣੀ ਹੈ, ਭਾਵੇਂ ਕਿਸੇ ਦੀ ਹੋਵੇ। ਇਹ ਥੋੜਾ ਕਹਿੰਦਾ ਵੀ ਕਿਸੇ ਦੀ ਹੈ, ਨਹੀਂ, ਇਹ ਵੀ ਆਪਣੀ ਹੈ। ਦੂਜੇ ਦੀ ਵਸਤੂ ਵੀ ਆਪਣੀ ਕਰਕੇ ਜਣਾਉਂਦਾ ਵੀ ਇਹ ਮੇਰੀ ਆ। ਇੱਕ ਤਾਂ ਇਹ ਭਾਵਨਾ ਵਾਲੇ ਹੁੰਦੇ ਨੇ ਜਿਹੜੇ ਕਹਿੰਦੇ ਬਸ ਮੈਂ ਹੀ ਆ, ਦੂਜੇ ਦੀ ਵੀ ਮੇਰੀ ਵਸਤੂ, ਆ ਵੀ ਮੇਰੀ ਵਸਤੂ। ਇੱਕ ਮਨੁੱਖ ਹੁੰਦੇ ਜਿਨ੍ਹਾਂ ਦੀ ਇਹ ਭਾਵਨਾ ਵੀ ਇਹ ਮੇਰੀ ਵਸਤੂ ਹੈ, ਇਹ ਤੇਰੀ ਵਸਤੂ ਹੈ। ਉਹ ਮੇਰ ਤੇਰ ਵਿੱਚ ਜਿਉਂਦੇ ਨੇ, ਇਹ ਮੇਰਾ ਆ ਤੇ ਇਹ ਤੇਰਾ ਆ। ਇਹ ਦੋ ਪ੍ਰਕਾਰ ਦੀ ਬਿਰਤੀ ਮਨੁੱਖ ਦੀ ਹੁੰਦੀ ਹੈ, ਇੱਕ ਦੂਜੇ ਦਾ ਵੀ ਮੇਰਾ, ਇੱਕ ਮੇਰਾ ਤੇ ਇੱਕ ਤੇਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਮੇਰਾ ਤੇ ਤੇਰਾ ਛੱਡ ਦਿੱਤਾ ਆ, ਨਾ ਮੇਰਾ ਤੇ ਨਾ ਤੇਰਾ। ਪਰ ਹੁਣ ਭਾਵਨਾ ਕੀ ਪੈਦਾ ਹੋਈ? ਮੇਰਾ ਤੇ ਤਾਂ ਹੋਵੇ ਨਾ ਜੇ ਵਾਕਿਆ ਹੀ ਕੁਝ ਮੇਰਾ ਹੋਵੇ। ਕਬੀਰ ਜੀ ਨੇ ਫੈਸਲਾ ਕਰ ਦਿੱਤਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਪ ਤੇ ਕਿਆ ਲਾਗੈ ਮੇਰਾ। ਮੇਰਾ ਤੇ ਕੁਝ ਹੈ ਹੀ ਨਹੀਂ ਨਾ, ਜੋ ਕੁਝ ਹੈ ਬਸ ਤੇਰਾ ਹੀ ਹੈ। ਜਦੋਂ ਹੈ ਤੇਰਾ ਤੇ ਫਿਰ ਮੇਰੇ ਦੀ ਤਾਂ ਗੱਲ ਹੀ ਨਹੀਂ ਨਾ ਰਹਿ ਗਈ। ਫਿਰ ਮੈਂ ਕਿਵੇਂ ਕਵਾਂ ਵੀ ਇਹ ਤੇਰਾ ਹੈ? ਜਦੋਂ ਤੇਰੇ ਦੀ ਭਾਵਨਾ ਪੈਦਾ ਹੋ ਜਾਵੇ ਵੀ ਇਹ ਤੇਰਾ ਹੈ, ਹਾਂ ਕਿਤੇ ਨਾ ਕਿਤੇ ਉਥੇ ਬਿਰਤੀ ਸਾਡੀ ਇਸ ਹਉਮੈ ਵਿੱਚ ਰਹਿੰਦੀ ਵੀ ਹਾਂ ਕੁਝ ਐਸਾ ਹੈ ਜੋ ਮੇਰਾ ਹੈ। ਉਥੇ ਵੀ ਸਾਡੀ ਬਿਰਤੀ ਇੱਕ ਸੂਖਸ਼ਮ ਹਉਮੈ ਵਿੱਚ ਬੰਨੀ ਰਹਿੰਦੀ ਹੈ। ਮਹਾਰਾਜ ਇਹ ਸਾਰਾ ਕੁਝ ਹੀ ਤੇਰਾ ਹੈ, ਸਭ ਕੁਝ ਤੇਰਾ ਹੈ। ਤੁਹਾਡਾ ਤੁਹਾਨੂੰ ਹੀ ਅਸਾਂ ਸੌਂਪਿਆ ਆ, ਮੇਰੇ ਕੋਲ ਕੁਝ ਨਹੀਂ। ਹਾਂ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਇੱਕ ਬਚਨ ਕਹਿੰਦੇ ਸਨ, ਕਹਿੰਦੇ ਜੇ ਆਪਣਾ ਕੁਝ ਸੌਂਪਣਾ ਨਾ ਆਪਣਾ ਮਨ ਸੌਂਪ ਦਿਓ, ਆਪਣੇ ਸੰਕਲਪ ਵਿਕਲਪ ਸੌਂਪ ਦਿਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਇਹੀ ਬਸ ਆਪਣਾ ਹੈ, ਬਾਕੀ ਤਾਂ ਸਾਰਾ ਕੁਝ ਹੀ ਉਸੇ ਦਾ ਹੈ। ਇਹ ਮਨ, ਇਹ ਸੰਕਲਪ ਵਿਕਲਪ ਫੁਰਨੇ ਕੁਫੁਰਨੇ ਜਿਹੜੇ ਆਪਾਂ ਅੰਦਰ ਪੈਦਾ ਕਰਨੇ ਆ ਨਾ, ਬਸ ਇਹਦੇ ਤੇ ਦਾਵਾ ਕਰਿਆ ਕਰੋ ਵੀ ਇਹ ਸਾਡੇ ਨੇ।
ਬਾਕੀ ਸਭ ਪਰਮੇਸ਼ਰ ਦਾ ਹੈ। ਇਹੀ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਅਰਪਣ ਕਰਨਾ ਹੈ। ਤੇ ਗੁਰਦੇਵ ਜੀ ਉੱਥੇ ਕਹਿੰਦੇ ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹਨੇ ਮਨ ਵੇਚ ਦਿੱਤਾ, ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ, ਆਪਣੇ ਸੰਕਲਪ ਵਿਕਲਪ ਅੰਦਰੋਂ ਨਿਵਰਤ ਕਰ ਦਿੱਤੇ, ਤੇ ਹੁਣ ਗੁਰਮਤ ਦਾ ਧਾਰਨੀ ਹੋ ਗਿਆ। ਜੋ ਸਤਿਗੁਰੂ ਚਾਹੁੰਦੇ ਨੇ ਮਨ ਉਸੇ ਤਰ੍ਹਾਂ ਹੀ ਚੱਲਦਾ ਹੈ। ਉਥੇ ਫਿਰ ਸੇਵਕ ਦਾ ਜੀਵਨ ਰੂਪੀ ਇਹ ਮਹਾਨ ਕਾਰਜ ਜਿਹੜਾ ਗੁਰੂ ਸਾਹਿਬ ਰਾਸ ਕਰ ਦਿੰਦੇ ਹਨ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਮੈਂ ਤੇ ਤੇਰਾ ਛੱਡ ਦਿੱਤਾ, ਮੇਰਾ ਤੇਰਾ ਤਿਆਗ ਦਿੱਤਾ, ਉਦੋਂ ਉਸ ਪਿਰ ਪਤੀ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਪਰ ਨਜ਼ਰ ਕੀਤੀ, ਰਹਿਮਤ ਕੀਤੀ ਹੈ। ਸਭ ਮਨ ਤਨ ਜਿਉ ਕਰੋ ਹਰ ਪ੍ਰਭ ਕਾ, ਇਤ ਮਾਰਗ ਭੈਣੇ ਮਿਲਿਆ। ਆਪਣਾ ਮਨ ਤੇ ਤਨ, ਆਪਣਾ ਜੀਵ ਆਤਮਾ, ਇਹ ਸਭ ਕੁਝ ਉਸ ਪ੍ਰਭੂ ਦਾ ਕਰ ਦਈਏ, ਅਰਥਾਤ ਕਿ ਉਹਦੇ ਚਰਨਾਂ ਦੇ ਵਿੱਚ ਅਰਪਿਤ ਕਰ ਦਈਏ, ਭੇਟ ਕਰ ਦਈਏ। ਹੁਣ ਜਦੋਂ ਸਾਰਾ ਕੁਝ ਸੌਂਪ ਦਈਏ, ਕਿਹੋ ਜੀ ਭਾਵਨਾ ਬਣਦੀ ਹੈ। ਜਦੋਂ ਰਾਜੇ ਜਨਕ ਨੂੰ ਅਸ਼ਟਾਵਕਰ ਜੀ ਨੇ ਗਿਆਨ ਕਰਾਇਆ ਨਾ, ਉਹਨਾਂ ਦਾ ਇਹ ਕਥਨ ਸੀ ਵੀ ਜਿਹੜਾ ਘੋੜੇ ਦੀ ਰਕਾਬ ਤੇ ਪੈਰ ਰੱਖਦਿਆਂ ਗਿਆਨ ਕਰਾ ਦੇਵੇ ਉਹ ਗੁਰੂ ਹੈ। ਉਹਨਾਂ ਨੇ ਆਖਿਆ ਵੀ ਪਹਿਲਾਂ ਭੇਟਾ, ਦਕਸ਼ਣਾ, ਗੁਰਦਕਸ਼ਣਾ ਵਿੱਚ ਕੁਝ ਚਾਹੀਦਾ ਹੈ। ਉਹਨਾਂ ਆਖਿਆ ਵੀ ਤਨ ਮਨ ਧਨ ਸਭ ਤੁਹਾਡਾ। ਜਦੋਂ ਘੋੜੇ ਦੀ ਰਕਾਬ ਤੇ ਪੈਰ ਰੱਖਣ ਦਾ ਹੁਕਮ ਹੋਇਆ ਨਾ ਵੀ ਘੋੜੇ ਦੀ ਰਕਾਬ ਤੇ ਪੈਰ ਰੱਖੋ, ਜਦੋਂ ਪੈਰ ਰੱਖਣ ਲੱਗੇ ਤੇ ਅਸ਼ਟਾਵਕਰ ਜੀ ਨੇ ਬਾਂਹ ਫੜ ਲਈ, ਕਿੱਥੇ ਚੱਲੇ ਹੋ? ਕਹਿੰਦੇ ਤੁਸੀਂ ਤਾਂ ਆਖਿਆ ਵੀ ਘੋੜੇ ਦੀ ਰਕਾਬ ਤੇ ਪੈਰ ਰੱਖ। ਕਹਿੰਦੇ ਘੋੜਾ ਇਹ ਧਨ ਵਿੱਚ ਆਉਂਦਾ ਹੈ ਨਾ, ਇਹ ਤੇ ਮੇਰਾ ਹੈ, ਫਿਰ ਘੋੜੇ ਤੇ ਕਿਵੇਂ ਚੜਨ ਲੱਗਾ? ਇਹਦੀ ਵਰਤੋਂ ਨਹੀਂ ਕਰ ਸਕਦਾ ਕਿਉਂਕਿ ਗੁਰੂ ਦਾ ਹੈ। ਫਿਰ ਇਹ ਤਨ ਕਰਕੇ ਘੋੜੇ ਤੇ ਚੜਨ ਲੱਗਾ, ਇਹ ਤਨ ਵੀ ਗੁਰੂ ਦਾ ਹੈ। ਫਿਰ ਤੂੰ ਮਨ ਵਿੱਚ ਸੰਕਲਪ ਕੀਤਾ ਵੀ ਮੈਂ ਘੋੜੇ ਤੇ ਚੜ ਜਾਵਾਂ, ਤੂੰ ਤਾਂ ਹੈ ਹੀ ਨਹੀਂ, ਕਿਉਂਕਿ ਮਨ ਵੀ ਗੁਰੂ ਦਾ ਹੈ ਨਾ। ਫਿਰ ਮੈਂ ਕਿੱਥੇ ਰਹਿ ਗਈ? ਮੈਂ ਤਾਂ ਹੈ ਹੀ ਨਹੀਂ, ਤੂੰ ਤਾਂ ਹੈ ਹੀ ਨਹੀਂ। ਤੇ ਫਿਰ ਸੰਕਲਪ ਕਿਵੇਂ ਕੀਤਾ? ਮਨ ਦੇ ਕੋਲੋਂ ਆਪਣੇ ਕਾਰਜ ਲਈ ਕੰਮ ਕਿਵੇਂ ਲੈ ਲਿਆ ਤੂੰ? ਵੀ ਤੂੰ ਘੋੜੇ ਦੀ ਰਕਾਬ ਤੇ ਪੈਰ ਰੱਖ ਕੇ ਉੱਤੇ ਚੜਨ ਲੱਗਾ, ਨਾ ਤਨ ਤੇਰਾ, ਨਾ ਮਨ ਤੇਰਾ, ਨਾ ਧਨ ਤੇਰਾ। ਜਦੋਂ ਅੰਦਰੋਂ ਦੇਹ ਅਧਿਆਸ ਮੁੱਕਿਆ, ਫਿਰ ਸੁਰਤ ਜੋੜੀ, ਫਿਰ ਸਮਾਧੀ ਲੱਗੀ। ਗੁਰੂ ਕਲਗੀਧਰ ਜੀ ਨੇ ਅੰਮ੍ਰਿਤ ਦੇ ਬਦਲੇ 5 ਸਿੰਘਾਂ ਪਾਸੋਂ ਸੀਸ ਲਏ। ਉਹ ਸੀਸ ਸਾਡੇ ਕੋਲੋਂ ਵੀ ਮੰਗਦੇ, ਉੱਥੇ ਪ੍ਰਤੱਖ ਲਏ ਮਹਾਰਾਜ ਨੇ। ਇੱਥੇ ਸਤਿਗੁਰੂ ਕਹਿੰਦੇ ਸਤਿਗੁਰ ਆਗਿਆ ਸੀਸ ਭੇਟ ਦਿਓ। ਜਦੋਂ ਅੰਮ੍ਰਿਤ ਦੇ ਛੱਟੇ ਮਾਰੇ, ਅਸੀਸ ਦੇ ਵਿੱਚ ਹੀ ਸਾਰੀ ਕਲਾ ਵਰਤੀ ਨਾ, ਇੱਥੋਂ ਹੀ ਅੰਮ੍ਰਿਤ ਛਕਾਇਆ, ਨੇਤਰਾਂ ਵਿੱਚ, ਦਸਮ ਦਵਾਰ ਦੇ ਵਿੱਚ। ਇਹ ਸੀਸ ਗੁਰੂ ਦਾ ਆ। ਇਹਦਾ ਭਾਵ ਕਿ ਤੇਰੇ ਅੰਦਰ ਦੀ ਵਿਚਾਰ ਧਾਰਾ ਤੇਰੀ ਨਾ ਹੋਵੇ, ਜੋ ਕੁਝ ਹੈ ਸਭ ਗੁਰੂ ਦਾ। ਤੇਰੇ ਅੰਦਰ, ਮਨ ਦੇ ਅੰਦਰ, ਤੇਰੀ ਬੁੱਧੀ ਅੰਦਰ ਜਿਹੜੀ ਮਤ ਵਿਚਾਰ ਧਾਰਾ ਹੈ, ਉਹ ਸਭ ਕੁਝ ਗੁਰੂ ਦਾ ਹੀ ਹੋਵੇ, ਤੇਰਾ ਆਪਣਾ ਕੁਝ ਨਾ ਹੋਵੇ। ਇਸ ਕਰਕੇ ਦਾਸ ਨੇ ਇਹ ਅਰਜ਼ ਕੀਤੀ ਹੈ ਕਿ ਸਾਡਾ ਕੀ ਹੈ? ਸਾਡੇ ਸੰਕਲਪ ਵਿਕਲਪ ਫੁਰਨੇ ਕੁਫੁਰਨੇ ਇਹ ਸਾਡੇ ਨੇ, ਆਹੀ ਅਰਪਣ ਕਰਨੇ ਨੇ। ਤੇ ਸਿੱਖ ਨੇ ਆਪਣਾ ਮਨ, ਆਪਣਾ ਜੀਵਨ ਗੁਰੂ ਦੇ ਅਨੁਸਾਰ ਹੀ ਹੋ ਕਰਕੇ ਜੀਵਣਾ ਹੈ। ਸਭ ਮਨ ਤਨ ਜੀਓ ਕਰਹੋ ਹਰ ਪ੍ਰਭ ਕਾ। ਆਪਣਾ ਮਨ ਤਨ ਸਭ ਕੁਝ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਈਏ। ਇਤ ਮਾਰਗ ਭੈਣੇ ਮਿਲੀਐ। ਮਹਾਤਮਾ ਰੂਪੀ ਸਾਧ ਸੰਗਤ ਜੋ ਸੁਹਾਗਣਾ ਸਨ, ਉਹ ਆਖਣ ਲੱਗੀਆਂ ਕਿ ਜਗਿਆਸੂ ਰੂਪੀ ਸਖੀਆਂ ਨੂੰ ਕਿ ਇਸ ਮਾਰਗ ਤੇ ਚੱਲ ਕੇ ਹੇ ਭੈਣੇ ਉਸ ਪ੍ਰਭੂ ਨੂੰ ਮਿਲੀਦਾ ਹੈ। ਆਪ ਨੜਾ ਪ੍ਰਭ ਨਦਰ ਕਰ ਦੇਖੈ, ਨਾਨਕ ਜੋਤ ਜੋਤੀ ਰਲਿਆ। ਜਦੋਂ ਸਭ ਕੁਝ ਮਾਲਕ ਦੇ ਚਰਨਾਂ ਵਿੱਚ ਭੇਟ ਕਰਕੇ ਨਿਮਰਤਾ ਸਹਿਤ ਚੱਲੀਦਾ ਹੈ, ਫਿਰ ਉਹ ਆਪਣਾ ਪ੍ਰਭੂ ਨਦਰ ਕਰਕੇ ਵੇਖਦਾ ਹੈ, ਦਇਆ ਕਰਕੇ ਵੇਖਦਾ ਹੈ। ਫਿਰ ਇਸ ਜੀਵ ਦੀ ਜਿਹੜੀ ਜੋਤ ਹੈ, ਉਸ ਜੋਤੀ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਜਾ ਕਰਕੇ ਰਲ ਜਾਂਦੀ ਹੈ। ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ,
ਤਿਸ ਮਨ ਤਨ ਆਪਣਾ ਦੇਵਾ। ਜਿਹੜਾ ਪ੍ਰਭੂ ਦਾ ਪਿਆਰਾ ਮੈਨੂੰ ਉਸ ਹਰੀ ਅਕਾਲ ਪੁਰਖ ਦਾ ਸਨੇਹਾ ਦੇਵੇ, ਉਹਦੇ ਮਿਲਾਪ ਦਾ ਸਨੇਹਾ ਦੇਵੇ, ਮੈਂ ਆਪਣਾ ਮਨ ਤੇ ਤਨ ਉਸ ਗੁਰਮੁਖ ਦੇ ਚਰਨਾਂ ਦੇ ਵਿੱਚ ਭੇਟ ਕਰਦਿਆਂ, ਅਰਪਣ ਕਰਦਿਆਂ। ਨਿਤ ਪੱਖਾ ਫੇਰੇ ਸੇਵਕ ਮਾਵਾ, ਤਿਸ ਆਗੇ ਪਾਣੀ ਢੋਵਾ। ਜੋ ਮੈਨੂੰ ਪਰਮੇਸ਼ਰ ਦੇ ਮਿਲਾਪ ਦਾ ਸੁਨੇਹਾ ਦੇਵਣ, ਮੈਂ ਨੇਤੀ ਉਹਨੂੰ ਪੱਖਾ ਫੇਰਾਂ, ਉਹਦੇ ਗ੍ਰਹਿ ਵਿਖੇ ਪਾਣੀ ਢੋਵਾਂ, ਨੇਤੀ ਉਹਦੀ ਸੇਵਾ ਕਰਾਂ। ਇੱਕ ਬੜਾ ਇਹਦਾ ਪਿਆਰਾ ਅੰਤਰੀ ਵਰਤ ਹੈ, ਨਿਤ ਪੱਖਾ ਫੇਰੀ। ਮੈਂ ਨੇਤੀ ਆਪਣਾ ਮਨ ਸੰਸਾਰ ਵੱਲੋਂ ਫੇਰ ਕੇ ਉਹਦੇ ਪੱਖ ਵੱਲ ਕਰ ਲਵਾਂ। ਨਿਤ ਪੱਖ ਕਰਨਾ, ਫੇਰੀ ਸੰਸਾਰ ਵੱਲੋਂ ਮਨ ਫੇਰ ਕੇ ਉਹਦੇ ਪੱਖ ਵੱਲ ਕਰ ਲਵਾਂ, ਜਿਹੜਾ ਮੈਨੂੰ ਹਰੀ ਪ੍ਰਭੂ ਦਾ ਸੰਦੇਸ਼ਾ ਦੇਵੇ, ਤੇ ਉਹਦੇ ਗ੍ਰਹਿ ਵਿਖੇ ਮੈਂ ਪ੍ਰੇਮ ਰੂਪੀ ਪਾਣੀ ਢੋਣਾ ਕਰਾਂ। ਨੇਤੀ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ ਉਹਦੀ ਸੇਵਾ ਕਰਾਂ। ਨਿਤ ਨਿਤ ਸੇਵ ਕਰੇ ਹਰ ਜਨ ਕੇ, ਜੋ ਹਰ ਹਰ ਕਥਾ ਸੁਣਾਏ। ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਸੁਣਾਵਣ, ਉਹਦੀ ਸਿਫਤੀ ਸੁਣਾਵਣ, ਉਹਦੀ ਉਸਤਤੀ ਸੁਣਾਵਣ, ਮੈਂ ਨੇਤੀ ਉਹਨਾਂ ਗੁਰਮੁਖ ਜਨਾਂ ਦੀ ਸੇਵਾ ਕਰਾਂ ਜੋ ਪ੍ਰਭੂ ਦੀ ਮੈਨੂੰ ਉਸਤਤੀ ਕਰਕੇ ਸੁਣਾਵਣ। ਜਿਹੜਾ ਪਰਮੇਸ਼ਰ ਦੇ ਨਾਲ ਪਿਆਰ ਕਰਨ ਵਾਲਾ ਹੈ ਨਾ ਜੀ, ਉਹ ਗੁਰੂ ਦੀ ਗੱਲ ਸੁਣਾਉਣ ਵਾਲੇ ਦਾ ਸਭ ਤੋਂ ਜ਼ਿਆਦਾ ਅਦਬ ਕਰਦੇ ਨੇ। ਜਦੋਂ ਅਸੀਂ ਪੜ੍ਹਦੇ ਸਾਂ, ਇੱਕ ਮਸਤਾਨਾ ਸਿੰਘ ਹੁੰਦਾ ਸੀਗਾ, ਤੇ ਸਾਰੇ ਉਹਨੂੰ ਮਸਤਾਨਾ ਕਹਿੰਦੇ ਸਨ। ਤੇ ਜਦੋਂ ਕਿਤੇ ਉਹਨੇ ਮਿਲਣਾ ਤੇ ਉਹਦਾ ਸੁਭਾਅ ਹੀ ਏਦਾਂ ਦਾ ਸੀ ਵੀ ਉਹਨੇ ਕੋਈ ਨਾ ਸਾਖੀ ਸੁਣਾਉਣੀ ਸ਼ੁਰੂ ਕਰ ਦੇਣੀ। ਹੁਣ ਸੁਭਾਵਕ ਹੈ ਵੀ ਉਹਨੂੰ ਮਸਤਾਨਾ ਕਹਿੰਦੇ ਸਨ, ਤੇ ਸਾਰੇ ਸੋਚਦੇ ਸਨ ਵੀ ਕਿਤੇ ਸ਼ਾਇਦ ਦਿਮਾਗੀ ਤਵੱਜੋ ਨਹੀਂ ਇਹਦਾ, ਤੇ ਅਸਾਂ ਕਹਿ ਦੇਣਾ ਵੀ ਸਾਨੂੰ ਆਉਂਦੀ ਜਿਹੜੀ ਤੂੰ ਸੁਣਾਉਣ ਲੱਗਾ। ਇੱਕ ਦਿਨ ਗਿਆਨੀ ਜੀ ਨੂੰ ਪਤਾ ਲੱਗ ਗਿਆ, ਉਹ ਆਖਣ ਲੱਗੇ ਏਦਾਂ ਨਹੀਂ ਆਖੀਦਾ, ਜਿਹੜਾ ਗੁਰੂ ਦੀ ਬਾਤ ਸੁਣਾਵੇ ਨਾ, ਉਹਦੇ ਕੋਲੋਂ ਪਿਆਰ ਨਾਲ ਗੁਰੂ ਦੀ ਗੱਲ ਸੁਣ ਲੈਣੀ ਚਾਹੀਦੀ ਹੈ। ਭਾਵੇਂ ਤੁਹਾਨੂੰ ਗੱਲ ਦਾ ਪਤਾ ਹੈ, ਭਾਵੇਂ ਉਹ ਗੱਲ ਆਉਂਦੀ ਵੀ ਕਿਉਂ ਨਾ ਹੋਵੇ, ਪਰ ਜਦੋਂ ਕੋਈ ਗੁਰੂ ਦੀ ਗੱਲ ਸੁਣਾਵੇ ਤੇ ਪਿਆਰ ਦੇ ਨਾਲ ਗੁਰੂ ਦੀ ਗੱਲ ਸੁਣ ਲੈਣੀ ਚਾਹੀਦੀ ਹੈ। ਪਤਾ ਨਹੀਂ ਕਿੱਥੇ ਸਤਿਗੁਰੂ ਆਪ ਵਰਤ ਕੇ ਆਪਣੀ ਗੱਲ ਆਪ ਹੀ ਸੁਣਾਉਂਦੇ ਹੁੰਦੇ ਨੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਸਿੱਖਾਂ ਦੇ ਅੰਦਰ ਗੁਰੂ ਸਾਹਿਬ ਵਰਤਦੇ ਨੇ। ਪਤਾ ਨਹੀਂ ਕਿੱਥੇ ਆਪਣੀ ਉਸਤਤੀ ਆਪ ਹੀ ਸੁਣਾ ਰਹੇ ਨੇ। ਤੇ ਜਿਨ੍ਹਾਂ ਦਾ ਭਾਵ ਪ੍ਰੇਮ ਬਣਿਆ ਹੁੰਦਾ, ਫਿਰ ਉਹ ਗੁਰੂ ਸਾਹਿਬ ਦੀ ਉਸਤਤੀ ਸੁਣ ਸੁਣ ਕੇ ਬੜੇ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ। ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਜਿਹੜੇ ਮੈਨੂੰ ਹਰੀ ਦੇ ਮਿਲਾਪ ਦੀ ਕਥਾ ਸੁਣਾਵਣ, ਉਹਦਾ ਜਸ ਕਰਕੇ ਸੁਣਾਵਣ, ਉਹਨਾਂ ਹਰੀ ਜਨਾਂ ਦੀ ਨੇਤੀ ਮੈਂ ਸੇਵਾ ਕਰਾਂ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਮੇਰੇ ਸਤਿਗੁਰੂ ਧੰਨ ਧੰਨ ਹਨ। 3 ਵਾਰੀ ਸ਼ਬਦ ਆਇਆ ਜੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਕਹਿੰਦੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰਦੇਵ ਮੇਰੇ ਪੂਰੇ ਧੰਨ ਧੰਨ ਹਨ, ਜਿਨ੍ਹਾਂ ਨੇ ਕਿਰਪਾ ਕਰਕੇ ਸਾਡੇ ਮਨ ਦੀ ਆਸ ਜਿਹੜੀ ਪੂਰਨ ਕਰ ਦਿੱਤੀ ਹੈ। ਹੋਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ। हे ਪਰਮੇਸ਼ਰ ਜੀ, ਦਇਆ ਕਰਕੇ ਮੇਰੇ ਗੁਰੂ ਰੂਪੀ ਸੱਜਣ ਦੇ ਨਾਲ ਮੈਨੂੰ ਮੇਲ ਦਿਓ, ਜਿਸ ਗੁਰੂ ਦੇ ਨਾਲ ਮਿਲ ਕੇ ਮੈਂ ਹਰੀ ਅਕਾਲ ਪੁਰਖ ਦੇ ਨਾਮ ਨੂੰ ਧਿਆਉਣਾ ਕਰਾਂ। ਗੁਰ ਸਤਿਗੁਰ ਪਾਸੋ ਹਰ ਗੋਸ਼ਟ ਪੁੱਛਾਂ, ਕਰ ਸਾਂਝੇ ਹਰ ਗੁਣ ਗਾਵਾਂ। ਆਪਣੇ ਪੂਰੇ ਸਤਿਗੁਰਾਂ ਦੇ ਪਾਸੋਂ ਮੈਂ ਗੋਸ਼ਟ ਕਰਕੇ ਹਰੀ ਦਾ ਮਾਰਗ ਪੁੱਛਾਂ ਕਿ ਵਾਹਿਗੁਰੂ ਕਿਸ ਮਾਰਗ ਦੁਆਰਾ ਪ੍ਰਾਪਤ ਹੁੰਦਾ ਹੈ। ਕਰ ਸਾਂਝੀ ਹਰ ਗੁਣ ਗਾਵਾਂ, ਤੇ ਗੁਰੂ ਦੇ ਨਾਲ ਕਹਿੰਦੇ ਵਿਚਾਰ ਸਾਂਝੀ ਕਰਕੇ। ਇੱਕ ਵਿਦਵਾਨ ਨੇ ਇਹਦਾ ਅਰਥ ਕੀਤਾ ਜੀ, ਕਰ ਸਾਂਝੀ ਭਾਈ ਵਾਲਤਾ, ਗੁਰੂ ਦੇ ਨਾਲ ਸਾਂਝ ਪਾ ਕੇ ਨਾ ਭਾਈ ਵਾਲਤਾ ਦੀ, ਤੇ ਫਿਰ ਮੈਂ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਾਂ। ਗੁਣ ਗਾਵਾ ਨਿਤ ਨਿਤ ਸਦ ਹਰ ਕੇ,
ਮਨ ਜੀਵੈ ਨਾਮ ਸੁਣ ਤੇਰਾ। ਇਹ ਪਰਮੇਸ਼ਰ ਜੀ ਮੇਰੇ ਅੰਦਰ ਦਾ ਇਹ ਚਾਉ ਹੈ ਕਿ ਨੇਤੀ ਮੈਂ ਆਪ ਜੀ ਦੇ ਗੁਣਾਂ ਨੂੰ ਗਾਇਨ ਕਰਾਂ, ਨੇਤੀ ਆਪ ਜੀ ਦਾ ਨਾਮ ਜਪਦਾ ਰਵਾਂ, ਕਿਉਂਕਿ ਮੇਰਾ ਮਨ ਜਿਹੜਾ ਹੈ ਤੁਹਾਡਾ ਨਾਮ ਸੁਣ ਕਰਕੇ ਜੀਵਦਾ ਹੈ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਉ ਮੇਰਾ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਿਸ ਵੇਲੇ ਮੇਰਾ ਸੁਆਮੀ ਮੈਨੂੰ ਵਿਸਰ ਜਾਂਦਾ ਹੈ, ਉਸ ਵੇਲੇ ਕਹਿੰਦੇ ਮੇਰਾ ਇਹ ਆਤਮਿਕ ਜਿਹੜੀ ਮੇਰੀ ਮੌਤ ਹੈ ਨਾ, ਮੇਰਾ ਮਨ ਜਿਹੜਾ ਇਹਦੀ ਮੌਤ ਹੋ ਜਾਂਦੀ ਹੈ। ਮੁਰਦੇ ਮਨ ਦੀ ਨਿਸ਼ਾਨੀ ਇਹੀ ਹੈ ਕਿ ਜਦੋਂ ਪਰਮੇਸ਼ਰ ਵਿਸਰੇ, ਸਰੀਰ ਵਿਸਰਦਾ, ਸਵਾਸ ਨਿਕਲਿਆ, ਮਨ ਮਰਦਾ ਹੈ, ਪਰਮੇਸ਼ਰ ਦੀ ਯਾਦ ਨਿਕਲਿਆ, ਉਦੋਂ ਮਨੁੱਖ ਦੀ ਆਤਮਿਕ ਮੌਤ ਹੋ ਜਾਂਦੀ ਜਦੋਂ ਇਹਨੂੰ ਪ੍ਰਭੂ ਵਿਸਰ ਜਾਂਦਾ ਹੈ। ਹਰ ਵੇਖਣ ਕਉ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵੇਖਾਲੇ। ਹਰੀ ਦੇ ਦੀਦਾਰ ਕਰਨ ਵਾਸਤੇ, ਉਹਨੂੰ ਵੇਖਣ ਵਾਸਤੇ ਹਰ ਕਿਸੇ ਦਾ ਮਨ ਲੋਚਦਾ ਹੈ ਕਿ ਅਸੀਂ ਪ੍ਰਭੂ ਦੇ ਦੀਦਾਰ ਦਰਸ਼ਨ ਪ੍ਰਾਪਤ ਕਰ ਲਈਏ। ਪਰ ਗੁਰਦੇਵ ਜੀ ਕਹਿੰਦੇ ਦੇਖਦਾ ਉਹੀ ਹੈ, ਦਰਸ਼ਨ ਉਹੀ ਕਰਦਾ ਜਿਹਨੂੰ ਦਇਆ ਕਰਕੇ ਉਹ ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਜਿਹਨੂੰ ਉਹ ਆਪਣਾ ਸਰੂਪ ਦਿਖਾ ਦਿੰਦਾ ਹੈ। ਜਿਸਨੋ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਜਿਸ ਜੀਵ ਦੇ ਉੱਪਰ ਮੇਰਾ ਪਿਆਰਾ ਵਾਹਿਗੁਰੂ ਆਪਣੀ ਨਦਰ ਕਰ ਦਿੰਦਾ ਹੈ, ਉਹ ਜਿਹੜੇ ਜੀਵ ਨੇਤੀ ਸਦਾ ਹੀ ਉਸ ਪਰਮੇਸ਼ਰ ਦੀ ਸੰਭਾਲਣਾ ਕਰਦੇ, ਅਰਥਾਤ ਸਦਾ ਉਹਦਾ ਨਾਮ ਜਪਦੇ ਹਨ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਜਿਨ੍ਹਾਂ ਜੀਵਾਂ ਨੂੰ ਮੇਰੇ ਪੂਰੇ ਸਤਿਗੁਰਾਂ ਦੀ ਪ੍ਰਾਪਤੀ ਹੋਈ ਹੈ, ਉਹਨਾਂ ਨੇ ਸਦਾ ਹੀ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕੀਤੀ ਹੈ। ਇੱਕ ਵਸਤੂ ਜਦੋਂ ਪ੍ਰਾਪਤ ਹੋ ਜਾਏ, ਉਹਦੀ ਪ੍ਰਾਪਤੀ ਤੋਂ ਬਾਅਦ ਉਹਦੇ ਖੋਹੇ ਜਾਣ ਦਾ ਭੈ ਮਨ ਵਿੱਚ ਹੁੰਦਾ ਹੈ, ਕਿਤੇ ਉਹ ਖੋਈ ਨਾ ਜਾਵੇ। ਪਰ ਜਦੋਂ ਪੂਰੇ ਸਤਿਗੁਰਾਂ ਦਾ ਹੱਥ ਸਿੱਖ ਦੇ ਸਿਰ ਦੇ ਉੱਪਰ ਹੋਵੇ, ਪ੍ਰਾਪਤ ਹੋਈ ਵਸਤੂ ਕਦੇ ਗਵਾਚਦੀ ਨਹੀਂ। ਜੋ ਦਾਤ ਸਿੱਖ ਨੂੰ ਮਿਲਦੀ ਹੈ ਉਹ ਕਦੇ ਗੁੰਮਦੀ ਨਹੀਂ। ਸਿੱਖ ਦਾ ਨਿਸ਼ਚਾ ਭਰੋਸਾ ਹੋਵੇ ਕਿ ਮਹਾਰਾਜ ਜੀ ਦਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਹੈ। ਕਵੀ ਸੰਤੋਖ ਸਿੰਘ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਹੈ। ਉਹ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਉਦੋਂ ਬਖਸ਼ਿਸ਼ਾਂ ਕਰਦੇ ਨੇ ਜਦੋਂ ਉਹ ਜਾਣ ਲੈਂਦੇ ਨੇ ਕਿ ਕੋਈ ਮੇਰੇ ਵਿਸ਼ਵਾਸ ਵਿੱਚ ਜੀ ਰਿਹਾ ਹੈ। ਉਹ ਆਪਣੀ ਨਜ਼ਰ ਬਣਾਈ ਰੱਖਦੇ ਨੇ, ਆਪਣੀ ਕਿਰਪਾ ਬਣਾਈ ਰੱਖਦੇ ਨੇ। ਸੋ ਇਸ ਵਾਸਤੇ ਜਿਨ੍ਹਾਂ ਨੂੰ ਮੇਰੇ ਪੂਰੇ ਸਤਿਗੁਰਾਂ ਦੀ ਪ੍ਰਾਪਤੀ ਹੋਈ ਹੈ, ਉਹ ਨੇਤੀ ਸਦਾ ਹੀ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕਰਦੇ, ਉਹਦਾ ਨਾਮ ਜਪਦੇ ਹਨ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੇ ਰਲਿਆ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ, ਹਰੀ ਦੇ ਜਨ ਹਰੀ ਦਾ ਨਾਮ ਜਪ ਕੇ ਹਰੀ ਦਾ ਹੀ ਰੂਪ ਹੋ ਗਏ। ਹਰ ਜਪ ਹਰ ਸੇਤੀ ਰਲਿਆ। ਪਰਮੇਸ਼ਰ ਦਾ ਪਿਆਰਾ ਹਰੀ ਦਾ ਨਾਮ ਜਪ ਕੇ ਹਰੀ ਦੇ ਨਾਲ ਹੀ ਜਾ ਰਲਿਆ। ਜੋ ਜਲ ਮੈਂ ਜਲ ਆਏ ਖਟਾਨਾ, ਜਿਵੇਂ ਪਾਣੀ ਵਿੱਚ ਪਾਣੀ ਜਾ ਕੇ ਸਮਾ ਜਾਂਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਜੈਸੇ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ, ਤੈਸੇ ਪ੍ਰਭੂ ਦੇ ਪਿਆਰੇ ਜਿਹੜੇ ਹਨ ਉਹ ਪ੍ਰਭੂ ਦੇ ਵਿੱਚ ਜਾ ਕਰਕੇ ਅਭੇਦ ਹੋ ਜਾਂਦੇ ਹਨ, ਪ੍ਰਭੂ ਦਾ ਹੀ ਰੂਪ ਹੋ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਇਆ ਕਰਨ, ਰਹਿਮਤ ਕਰਨ। ਗੁਰਦੇਵ ਜੀ ਦਾ ਪਾਵਨ ਪਵਿੱਤਰ ਅੰਮ੍ਰਿਤ ਰੂਪ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।